महाराज सावन कृपाल ਦੇ ਅੱਗੇ ਨਮਸਕਾਰ ਹੈ। ਜਿਨ੍ਹਾਂ ਨੇ ਇਸ ਗਰੀਬ ਆਤਮਾ ਤੇ ਇਸ ਸੰਸਾਰ ਵਿੱਚ ਆ ਕੇ ਰਹਿਮ ਕੀਤਾ, ਨਾਮ ਦਾ ਚਿੱਟਾ ਮਾਰ ਕੇ ਸਾਨੂੰ ਤਪਦੀਆਂ ਆਤਮਾ ਨੂੰ ਸ਼ਾਂਤੀ ਬਖਸ਼ੀ। ਸੰਤਾਂ ਦਾ ਮਿਸ਼ਨ ਸੰਸਾਰ ਦੇ ਅੰਦਰ ਸਿਰਫ ਜਿਨ੍ਹਾਂ ਆਤਮਾ ਦਾ ਦਿਲ ਅੰਦਰ ਪਰਮਾਤਮਾ ਦੇ ਮਿਲਣ ਦੀ ਤੜਪ ਹੁੰਦੀ ਹੈ, ਉਹਨਾਂ ਨੂੰ ਵਿਛੜੀਆਂ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ। ਇਸ ਕੰਮ ਵਾਸਤੇ ਉਹਨਾਂ ਦਾ ਆਪਣਾ ਕੋਈ ਨਿੱਜੀ ਲਾਭ ਨਹੀਂ ਹੁੰਦਾਗਾ। ਉਹਨਾਂ ਦਾ ਸਿਰਫ ਇਤਨਾ ਹੀ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਆਤਮਾ ਜੋ ਪਰਮਾਤਮਾ ਨਾਲ ਰਿਸ਼ਤਾ ਹੈ ਉਸ ਨੂੰ ਸਮਝ ਸਕਣ ਔਰ ਉਸ ਨਾਲ ਜੁੜ ਜਾਣ, ਕਿਉਂਕਿ ਸਾਡੀ ਆਤਮਾ ਉਹ ਸਤਿਪੁਰਸ਼ ਦੀ ਅੰਸ਼ ਹੈ, ਪਰਮਾਤਮਾ ਤੋਂ ਵਿਛੜ ਕੇ ਇਸ ਸੰਸਾਰ ਦੇ ਵਿੱਚ ਆਈ। ਆਤਮਾ ਤਾਂ ਸਾਡੀ ਪਿਓਰ ਔਰ ਪਵਿੱਤਰ ਸੀ, ਲੇਕਿਨ ਮਨ ਦਾ ਸਾਥ ਲੈ ਕੇ ਅਤੀ ਗੰਦੀ ਮੈਲੀ ਹੋ ਚੁੱਕੀ ਹੈ। ਪਾਪਾਂ ਦੀ ਦਲਦਲ ਦੇ ਹੇਠ ਆ ਕੇ ਆਪਣੇ ਆਪ ਨੂੰ ਭੁੱਲ ਗਈ, ਆਪਣੇ ਅਸਲੇ ਨੂੰ ਭੁੱਲ ਗਈ ਹੈ। ਹੁਣ ਜੋ ਕੁਝ ਵੀ ਇਹ ਸੰਸਾਰ ਵਿੱਚ ਕਰ ਰਹੀ ਹੈ ਉਹ ਮਨ ਦੇ ਕਹੇ, ਮਨ ਅੱਗੇ ਫੇਰ ਇਸ ਤੇ ਸਬਰ ਨਹੀਂ ਕਰਦਾ। ਉਹਨੂੰ ਵੀ ਜੋ ਇੰਦਰੀ ਚਾਹੁੰਦੀ ਹੈ ਖਿੱਚ ਲੈਂਦੀ ਹੈ। ਇੰਦਰੀਆਂ ਨੂੰ ਅੱਗੇ ਖਹਿਸ਼ਾਂ ਖਿੱਚ ਲੈਂਦੀਆਂ ਹਨ, ਖਟਪਟੀ ਮਚੀ ਰਹਿੰਦੀ ਹੈ। ਅੱਜ ਦਾ ਹਰ ਜੀਵ ਅਸ਼ਾਂਤ ਹੈ। ਤੋ ਸ਼ਾਂਤੀ ਜਦ ਅਸੀਂ ਆਪਣੇ ਘਰ ਪਹੁੰਚਾਂਗੇ ਉਸ ਵੇਲੇ ਹੀ ਪ੍ਰਾਪਤ ਕਰ ਸਕਾਂਗੇ। ਤੋ ਸੰਤ ਸਾਨੂੰ ਦੱਸਦੇ ਹੈ ਕਿ ਸਾਡੀ ਆਤਮਾ ਤਾਂ ਪਿਓਰ ਸੀ, ਪਵਿੱਤਰ ਸੀ, ਲੇਕਿਨ ਮਨ ਦਾ ਸਾਥ ਲੈ ਕੇ ਇਹਦੀ ਇਹ ਹਾਲਤ ਹੋ ਚੁੱਕੀ ਹੈ। ਜਿਸ ਤਰ੍ਹਾਂ ਜਦ ਬੱਦਲਾਂ ਦੇ ਵਿੱਚੋਂ ਪਾਣੀ ਬਰਸਾਤ ਬਣ ਕੇ ਜ਼ਮੀਨ ਤੇ ਆਉਂਦਾ ਹੈ ਉਹ ਬਿਲਕੁਲ ਸਾਫ਼ ਸੁਥਰਾ ਹੁੰਦਾ ਹੈ, ਲੇਕਿਨ ਜ਼ਮੀਨ ਤੇ ਆ ਕੇ ਜਦ ਕੂੜੇ ਕਰਕਟ ਦਾ ਸਾਥ ਲੈਂਦਾ ਹੈ, ਗੰਦ ਦਾ ਸਾਥ ਲੈਂਦਾ ਹੈ, ਉਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਵੀ ਆਪਣੇ ਆਪ ਨੂੰ ਇੱਕ ਉਸ ਗੰਦ ਦਾ ਹਿੱਸਾ ਹੀ ਸਮਝਣ ਲੱਗ ਜਾਂਦਾ ਹੈ। ਜਦ ਉਸੇ ਹੀ ਪਾਣੀ ਨੂੰ ਫੇਰ ਸੂਰਜ ਦੀ ਤਪਸ਼ ਮਿਲਦੀ ਹੈ, ਉਹ ਬਖਾਰਾਤ ਬਣ ਕੇ ਉੱਡਦਾ ਹੈ, ਸਿੱਧਾ ਜਾ ਕੇ ਬੱਦਲਾਂ ਵਿੱਚ ਸਮਾ ਜਾਂਦਾ ਹੈ। ਫੇਰ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਗੰਦ ਦੇ ਵਿੱਚ ਵੜ ਕੇ ਆਪਣੇ ਆਪ ਨੂੰ ਭੁੱਲ ਚੁੱਕਿਆ ਸੀਗਾ। ਮੈਂ ਤਾਂ ਪਹਿਲਾਂ ਵੀ ਸਾਫ਼ ਸੀ, ਪਿਓਰ ਸੀ, ਹੁਣ ਵੀ ਮੈਂ ਸਾਫ਼ ਹਾਂ, ਪਿਓਰ ਹਾਂ। ਇਸੇ ਤਰ੍ਹਾਂ ਜਦ ਸਾਡੀ ਆਤਮਾ ਨੂੰ ਉਹ ਸ਼ਬਦ ਦਾ ਨਾਲ ਜੁੜਨ ਦਾ ਮੌਕਾ ਮਿਲਦਾ ਹੈ, ਉਸ ਵੇਲੇ ਮਨ ਇੰਦਰੀਆਂ ਦਾ ਸਾਥ ਛੱਡ ਕੇ ਜਦ ਆਪਣੇ ਘਰ ਦੇ ਰਸਤੇ ਤੇ ਪੈ ਜਾਂਦੀ ਹੈ, ਫਿਰ ਇਸ ਆਤਮਾ ਨੂੰ ਵੀ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਅਜੇ ਤੱਕ ਇਤਨੇ ਜਾਮੇ ਪਾਏ ਪਰਮਾਤਮਾ ਤੋਂ ਵਿਛੜ ਕੇ। ਤੋ ਸੰਤ ਮਹਾਤਮਾ ਜਦ ਵੀ ਸੰਸਾਰ ਵਿੱਚ ਆਉਂਦੇ ਹੈ ਉਹ ਨਾ ਤਾਂ ਕਿਸੇ ਦੀ ਪਹਿਲਾਂ ਬਣਿਆ ਕੋਈ ਸਮਾਜ ਤੋੜਨ ਵਾਸਤੇ ਆਉਂਦੇ ਹੈ, ਨਾ ਕੋਈ ਨਵੀਂ ਬਣਾਉਣ ਵਾਸਤੇ ਆਉਂਦੇ ਹੈ। ਮਹਾਰਾਜ ਸਾਵਨ ਤੋਂ ਪੁੱਛਿਆ ਗਿਆ ਕਿ ਤੁਹਾਡੀ ਕੀ ਜਾਤ ਹੈ, ਕੀ ਕੌਮ ਹੈ? ਉਹ ਕਹਿਣ ਲੱਗੇ, ਦੇਖੋ ਵੀ ਪਿਆਰਿਓ, ਅਗਰ ਪਰਮਾਤਮਾ ਹਿੰਦੂ ਹੈ ਤਾਂ ਮੈਂ ਹਿੰਦੂ ਹਾਂ, ਅਗਰ ਉਹ ਸਿੱਖ ਹੈ ਤਾਂ ਮੈਂ ਸਿੱਖ ਹਾਂ, ਅਗਰ ਉਹ ਈਸਾਈ ਹੈ ਤਾਂ ਮੈਂ ਈਸਾਈ ਹਾਂ, ਅਗਰ ਉਹ ਮੁਸਲਮਾਨ ਹੈ ਤਾਂ ਮੈਂ ਮੁਸਲਮਾਨ ਹਾਂ। ਮੇਰੀ ਉਹ ਜਾਤ ਹੈ ਜੋ ਪਰਮਾਤਮਾ ਦੀ ਹੈ। ਇਹੀ ਸਵਾਲ ਗੁਰੂ ਨਾਨਕ ਤੇ ਕੀਤਾ ਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਕਿ ਤੁਸੀਂ ਕੌਣ ਹੋ, ਕੀ ਜਾਤ ਹੈ? ਕੱਟੜ ਤਸਬੀ ਲੋਕ ਐਸੇ ਸਵਾਲ ਕਰਦੇ ਹੈ। तो उन्होंने कहने लगे, देखो भी प्यारियो, हिंदू कहा तो मारिया, मुसलमान पीना है। अगर मैं थानू ये कहा मैं हिंदू हाँ तो थोड़ी अज हुकूमत है, थोड़ा जोर है, मैनू मारोगे। पर जैसा तुसी मैनू मुसलमान समझते हो, इस किस्म का मैं मुसलमान भी नहीं
पंज तत्त दा पुतला गैबी खेले माहे। मैं तो पंजा तत्तां दा निशान है। गैबी ताकत मेरे अंदर काम करती है। कहन लगे सब घट मेरे साइया, सुन्नी छेज न कोय। बलिहारी तै घट के जै गुरमुख प्रगट होए। धरती के अंदर हर जगह पानी है। किते 100 फुट है, किते 20, किते 50, किते इससे भी ज्यादा है, किते कम है। असी सारा दिन धरती के उपर ही तुरे फिरते हैं। बेशक सानू कितनी प्यास लगे, ये कहिए कि इस जगह पानी है, लेकिन वो प्यास नहीं बुझाउंदा जब तक असी कोई कुआ खोद के या कोई ट्यूबवैल की सहायता लैके उस पानी नू निकाल नहीं लेंदे गे, साडी प्यास नहीं जाती। ना सानू यकीन नहीं आता है कि पानी अंदर इतना गुण है, प्यास बुझा दिंदा है। बेशक परमात्मा हो कण कण दे विच व्यापक है। सब दुनिया उसने पैदा की है, सब नू अज सता दे रहा है, लेकिन फिर भी असी उहदे अंदर होण करके भी असी जम्मण मरण के कष्टां विच पिस रहे हैं, दुखां दी कहानी विच पिस रहे हैं। लेकिन संत कहते हैं कि देखो प्यारिओ, अगर तुसी उस नू प्रगट कर लो, उस दे नाल तुसी मिलाप कर लो, तुसी सदा वास्ते ही इस दुखां दी नगरी चों निकल जा सकते हो। सो संत आके सानू दसदे है कि भरावो, ये देश तुहाडा देश नहीं, ये कौमां तुहाडीआं कौमां नहीं, ये तां मन ने बनाईआं होईआं हन। साडी ओही जात है जो परमात्मा दी है। सतनाम इसदा घर है। तो इस वास्ते संत संसार विच आउंदे है, लेकिन जब तक सानू कोई पूरा महात्मा, पूरा गुरु नहीं मिलता गा, और उस करते जिथों कोई साडी आत्मा है नहीं पा दिंदा गा, उन्ना चिकर असी आपदे घर जा नहीं सकते गे। बेशक असी मन बुद्धि ना कितने भी क्यों ना उपाव कर लीए, नानक और कबीर तक भी खुद पर्दा ना ला सके जब तक उन्होंने किसी पूरे गुरु की जाके शरण प्राप्त ना की। और शरण प्राप्त करके भी सानू महात्मा की जिंदगी तो पता लगता है कि उन्होंने कितनियां मेहनत कीतियां, कितनियां रातां जागियां। बेशक महात्मा बने बनाए संसार विच आउंदे है, फिर भी साडे भुल्लड़ जीवां नूं वो डेमोस्ट्रेशन देण वास्ते इत्थे आके अभ्यास भी करते हैं, खोज भी गुरु की करते हैं। उस तो बाद वो हमेशा सच्चाई का होका दिंदे है, सच्चाई नूं पेश करते हैं। जो कुछ भी उन्होंने उस सच्चाई नूं प्राप्त करने वास्ते अनुभव हुंदा है, जिहड़े उन्हां दे शरण विच आउंदे है उन्हां नूं उही अनुभव दे जांदे है। और वो महात्मा 2-4 पीढ़ियां या 10 पीढ़ियां इस संसार विच रह के जीवां दा उद्धार करते रहंदे हैं, अपना अनुभव दिंदे रहंदे हैं। आत्मा परमात्मा नाल जुड़दियां रहंदियां हन, फायदा उठाउंदे रहंदे हैं। वो जो उन्हां नूं अनुभव हुंदे है वो साडे फायदे वास्ते, साडी गाइडेंस दे वास्ते अपने ग्रंथां दे अंदर, वेदां शास्त्रां दे अंदर दर्ज कर दिंदे हैं। जद उथे उन्हां दे प्रचारक उस अनुभव नूं भुल जाते हैं, बाहरमुखी हो जाते हैं, तो परमात्मा होर आपदे प्यारिਆਂ ਨੂੰ भेजदा है। ये सिलसिला आ जगह तो तुरिया आउंदा है। वो महात्मा आके उसे तलीम नूं ताजा कर जाते हैं। कोई भी महात्मा सानू नवीं बात दस्सण वास्ते नहीं आउंदा गा। महाराज सावण सिंह कहंदे हुंदे सी भी देखो प्यारिओ, ये मैं तुहानू कोई नवीं बात नहीं दसदा गा, ये सनातन तो सनातन है, पुरातन तो पुरातन है। तुहाडे धर्म ग्रंथां दे अंदर ये चीज मौजूद है, तुसीं पढ़ के तसल्ली कर सकते हो कि नाम तो बगैर मुक्ति नहीं, सतगुरु बगैर नाम नहीं मिलता गा, सत्संग तो बगैर सानू सोझी नहीं आउंदी। और जब तक असी अनुभव नूं नहीं पा लेंदे गे, उन्ना चिकर असी कामयाब नहीं हो सकते गे। गुरु नानक ने भी 11 साल कठिन घालना घाली, ठिकरियां रोड़ां दा
ਵਿਛਾਉਣਾ ਕਰਦੇ ਰਹੇ ਕਿ ਉਹਨਾਂ ਨੂੰ ਕਿਹੜਾ ਨਰਮ ਗਦੈਲ ਇੱਥੇ ਆਉਂਦੇ ਨਹੀਂ ਸੀ। ਜਿਸ ਤਰ੍ਹਾਂ ਅਸੀਂ ਦੁਨੀਆ ਦੇ ਧਨ ਦੌਲਤ ਜਾਂ ਹੋਰ ਕੋਈ ਵਸਤੂ ਪੜ੍ਹਾਈ ਅਸੀਂ ਮਿਹਨਤ ਤੋਂ ਬਗੈਰ, ਸਖਤ ਮੁਸ਼ੱਕਤ ਤੋਂ ਬਗੈਰ ਪ੍ਰਾਪਤ ਨਹੀਂ ਕਰ ਸਕਦੇਗੇ, ਇਸੇ ਤਰ੍ਹਾਂ ਰੂਹਾਨੀਅਤ ਦੀ ਦੌਲਤ ਵੀ ਅਸੀਂ ਕਠਨ ਤੋਂ ਕਠਨ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਮਿਹਨਤ ਕਰਦੇ ਹਾਂ ਉਸ ਵਕਤ ਉਹ ਪ੍ਰਮਾਤਮਾ ਜ਼ਰੂਰ ਸਾਡੇ ਤੇ ਮਿਹਰ ਕਰਦਾ ਹੈ। ਮਹਾਰਾਜ ਜੀ ਦੱਸਦੇ ਹੁੰਦੇ ਕਿ ਜਿਸ ਦੇ ਬੂਹੇ ਦੇ ਉੱਤੇ ਬਲਦ ਬੱਧਾ ਹੈ, ਘੋੜਾ ਬੱਧਾ ਹੈ, ਘਰ ਵਾਲੇ ਨੂੰ ਸਭ ਫਿਕਰ ਹੈ ਕਿ ਮੈਂ ਇਹਨੂੰ ਕਦ ਧੁੱਪੇ ਤੋਂ ਛਾਵੇਂ ਕਰਨਾ ਹੈ, ਜਾਂ ਛਾਵੇਂ ਤੋਂ ਇਸ ਨੂੰ ਗਰਮ ਜਗ੍ਹਾ ਕਰਨਾ ਹੈ, ਜਾਂ ਇਸ ਨੂੰ ਕਦ ਪਾਣੀ ਪਿਆਉਣਾ ਹੈ। ਜਦ ਇੱਕ ਇਨਸਾਨ ਵੀ ਇਤਨਾ ਫਿਕਰ ਕਰਦਾ ਹੈ, ਮਜ਼ਦੂਰ ਦੀ ਮਜ਼ਦੂਰੀ ਨਹੀਂ ਰੱਖਦਾਗਾ, ਕਿ ਉਹ ਭਗਵਾਨ ਕੋਈ ਬੇਇਨਸਾਫ ਤਾਂ ਨਹੀਂਗਾ। ਗੁਰੂ ਨਾਮ ਦੇ ਕੇ ਕਦੇ ਵੀ ਬੇਫਿਕਰ ਨਹੀਂ ਹੁੰਦਾਗਾ। ਉਹ ਸਾਨੂੰ ਜ਼ਰੂਰ ਹੀ ਰੂਹਾਨੀਅਤ ਦੀ ਦੌਲਤ ਬਖਸ਼ਦਾ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਕਿਸੇ ਬਣੇ ਸਮਾਜ ਨੂੰ ਤੋੜਨ ਵਾਸਤੇ ਨਹੀਂ ਆਉਂਦੇ, ਨਾ ਉਹ ਨਵਾਂ ਖੜਾ ਕਰਨ ਵਾਸਤੇ ਆਉਂਦੇ ਹੈ। ਮਹਾਤਮਾ ਤਾਂ ਇਹੀ ਕਹਿੰਦੇ ਹੈ ਕਿ ਤੁਸੀਂ ਆਪੋ ਆਪਣੇ ਸਮਾਜ ਵਿੱਚ ਰਹੋ, ਆਪੋ ਆਪਣੇ ਤੁਸੀਂ ਰਹੋ, ਰੀਤੀਆਂ ਕਰੋ। ਇਹਨਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਹੁੰਦੇ ਸਾਡਾ ਕੋਈ ਸਰਬੰਧ ਨਹੀਂ। ਔਰ ਸੰਤਾਂ ਦਾ ਸਰਬੰਧ ਤਾਂ ਇਤਨਾ ਹੀ ਹੁੰਦਾ ਹੈ ਕਿ ਰੂਹਾਨੀਅਤ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ। ਰੂਹਾਨੀਅਤ ਦਾ ਹੀ ਉਹਨਾਂ ਦਾ ਮਸਲਾ ਹੁੰਦਾ ਹੈ, ਉਹੀ ਚੀਜ਼ ਸਾਥੋਂ ਕਰਾਉਣਾ ਚਾਹੁੰਦੇ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਕਿ ਅਗਰ ਭਾਗਾਂ ਨਾਲ ਕੋਈ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਕਹਿੰਦੇ ਸੱਚੇ ਦਿਲੋਂ ਤੁਸੀਂ ਉਹਨਾਂ ਨਾਲ ਪਿਆਰ ਕਰੋ, ਮੁਹੱਬਤ ਕਰੋ। ਹਾਲਾਂਕਿ ਸੰਤ ਸਾਡੇ ਪਿਆਰ ਦੇ ਭੁੱਖੇ ਨਹੀਂ ਹੁੰਦੇਗੇ, ਉਹ ਤਾਂ ਆਪ ਆਪਣੇ ਗੁਰੂ ਦੇਵ ਦੇ ਪਿਆਰ ਵਿੱਚ ਮਸਤ ਹੁੰਦੇ ਆ। ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਵੀ ਆਪਣੇ ਗੁਰੂ ਦੇਵ ਦੇ ਨਾਲ ਅਟੁੱਟ ਪਿਆਰ ਕੀਤਾ ਹੁੰਦਾ, ਅਟੁੱਟ ਸ਼ਰਧਾ ਕੀਤੀ ਹੁੰਦੀ ਹੈ, ਇਹ ਸੇਵਕ ਦੇ ਫਾਇਦੇ ਦਾ ਹੈ। ਅਗਰ ਉਹ ਕਰਦਾ ਹੈ ਤਾਂ ਉਹ ਵੀ ਫਾਇਦਾ ਉਠਾ ਲੈਂਦਾ ਹੈ, ਕਿਉਂਕਿ ਸਤਿਗੁਰੂ ਦਾ ਪਿਆਰ ਹੀ ਸਾਨੂੰ ਦੁਨੀਆ ਦੇ ਪਿਆਰ ਛੱਡਣ ਵਿੱਚ ਮਦਦ ਕਰਦਾ ਹੈ। ਸੋ ਇਸ ਵਾਸਤੇ ਸੰਤ ਕਹਿੰਦੇ ਹੈ ਕਿ ਜਦ ਭਾਗਾਂ ਨਾਲ ਕੋਈ ਪੂਰਾ ਮਹਾਤਮਾ ਮਿਲ ਜਾਵੇ, ਸੱਚੇ ਦਿਲੋਂ ਉਹਦੇ ਨਾਲ ਪਿਆਰ ਕਰੋ, ਮਨ ਮਾਰਗ ਦਾ ਤਿਆਗ ਕਰ ਦਿਓ ਔਰ ਮਨ ਇੰਦਰੀਆਂ ਦੇ ਘਾਟ ਤੋਂ ਉੱਪਰ ਆ ਕੇ ਤੁਸੀਂ ਸ਼ਬਦ ਨਾਲ ਜੁੜ ਜਾਓ ਔਰ ਆਪਣੇ ਅੰਦਰ ਚਲੇ ਜਾਓ। ਸਤਿਗੁਰੂ ਅੰਦਰੋਂ ਹੀ ਸਾਡੀ ਸੁਰਤ ਨੂੰ ਉਸ ਨਾਮ ਦੇ ਨਾਲ ਜੋੜਦਾ ਹੈ। ਨਾਮ ਸਾਡੀ ਮੁਕਤੀ ਕਰਦਾ ਹੈ। ਅਸੀਂ ਸਤਿਗੁਰੂ ਦੀ ਰੂਹਾਨੀ ਗੋਦ ਦੇ ਵਿੱਚ ਰੂਹਾਨੀ ਤਰੱਕੀ ਕਰਦੇ ਹਾਂ। ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਜੋ ਕੁਝ ਵੀ ਅਸੀਂ ਸੁਣ ਰਹੇ ਹਾਂ ਇਸ ਤੇ ਅਸੀਂ ਅਮਲ ਕਰੀਏ। ਤੁਹਾਡੇ ਅੱਗੇ ਛੋਟਾ ਜਿਹਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੱਖਿਆ ਜਾਂਦਾ ਹੈ। ਸਭ ਮਹਾਤਮਾ ਦੀਆਂ ਬਾਣੀਆਂ ਕਿਸੇ ਮਜ਼ਹਬ ਦਾ ਨਿੰਦਿਆ ਨਹੀਂ ਕਰਦੀਆਂ, ਨਾ ਉਹਨਾਂ ਦਾ ਨਿੰਦਿਆ ਕਰਨ ਦਾ ਮਤਲਬ ਹੀ ਹੁੰਦਾ ਹੈ। ਮਹਾਤਮਾ ਦੀ ਬਾਣੀ ਦੇ ਅੰਦਰ ਤਾਂ ਸਤਸੰਗ ਦੀ ਮਹਿਮਾ ਹੈ, ਨਾਮ ਦੀ ਮਹਿਮਾ ਹੈ, ਪੂਰੇ ਗੁਰੂਆਂ ਦੀ ਮਹਿਮਾ ਹੈ। ਸੋ ਗੌਰ ਨਾਲ ਸੁਣਨ ਵਾਲਾ ਹੈ, ਸੁਣੋ। ਸੋਰਠ ਮਹੱਲਾ ਪਹਿਲਾ, ਪੰਨਾ 598। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅਮਰਤ ਗੁਰ ਪਾਹੀ ਜਿਉ। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅਮਰਤ ਗੁਰ ਪਾਹੀ ਜਿਉ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਪਰਮਾਤਮਾ ਨੇ ਬੜੀ ਪਿਆਰੀ ਸਾਡੇ ਤੇ ਦਇਆ ਮਿਹਰ ਕੀਤੀ ਹੈ। ਇਨਸਾਨ ਦਾ ਜਾਮਾ ਜੋ ਸਾਰੀਆਂ ਜੂਨੀਆਂ ਦਾ ਸਰਦਾਰ ਹੈ, ਉੱਤਮ ਮੰਨਿਆ ਗਿਆ ਹੈ, ਉਹ ਸਾਨੂੰ ਬਖਸ਼ ਦਿੱਤਾ ਹੈ, ਦੇ ਦਿੱਤਾ ਹੈ। ਆਪ ਕਹਿਣ ਲੱਗੇ ਕਿ ਤੁਸੀਂ ਇੱਥੇ ਕੋਈ ਵਿਸ਼ੇ ਵਿਕਾਰਾਂ ਦੇ ਜੰਗਲ ਵਿੱਚ ਪਰਮਾਤਮਾ ਨੇ ਨਹੀਂ ਭੇਜੇ ਹੋਏ, ਬਲਕਿ ਇਹ ਹੀਰਾ ਜਨਮ ਜਿਹੜਾ ਸਾਨੂੰ ਦਿੱਤਾ ਹੈ ਉਹ ਕਿਉਂ ਦਿੱਤਾ ਹੈ? ਕਿਉਂਕਿ ਜੋ ਕੰਮ ਅਸੀਂ ਪਸ਼ੂ ਪੰਛੀਆਂ ਦੇ ਜੂਨੀ ਵਿੱਚ ਨਹੀਂ ਕਰ ਸਕਦੇ ਸੀਗੇ, ਉਹ ਅਸੀਂ ਇਨਸਾਨ ਦੇ ਜਾਮੇ ਵਿੱਚ ਕਰ ਸਕਦੇ ਹਾਂ। ਪਸ਼ੂ ਭੋਗ ਭੋਗਦੇ ਹੈ, ਅਗਰ ਇਨਸਾਨ ਬਣ ਕੇ ਭੋਗ ਭਾਗ ਲੇ
ਤਾਂ ਕੀ ਅਸੀਂ ਕੋਈ ਤਰੱਕੀ ਕਰ ਲਈਏ। ਇਸੇ ਤਰ੍ਹਾਂ ਉਹ ਵੀ ਖਾਂਦੇ ਪੀਂਦੇ ਹੈ, ਸੌਂਦੇ ਹੈ, ਉੱਠਦੇ ਹੈ, ਤੁਰੇ ਫਿਰਦੇ ਹੈ। ਅਗਰ ਇਨਸਾਨ ਬਣ ਕੇ ਅਸੀਂ ਸੌਂ ਲਏ ਜਾਂ ਤੁਰੇ ਫਿਰੇ ਤਾਂ ਵੀ ਉਹਨਾਂ ਵਰਗੇ ਹੀ ਕੰਮ ਹੈ। ਭੋਗ ਲੀਆਂ ਤਾਂ ਵੀ ਅਸੀਂ ਉਹ ਪਸ਼ੂ ਵੀ ਭੋਗਦੇ ਹੈ, ਕੋਈ ਉਦੋਂ ਉੱਪਰ ਤਰੱਕੀ ਨਹੀਂ ਕਰ ਸਕਦੇ ਗੇ। ਉਹਨਾਂ ਦੇ ਅੰਦਰ ਪਰਮਾਤਮਾ ਨੇ ਆਪ ਦਾ ਇਹ ਸੈਂਸ ਬੁੱਧੀ ਨਹੀਂ ਰੱਖੀ ਕਿ ਉਹ ਪਰਮਾਤਮਾ ਨੂੰ ਪਾ ਲੈਣ। ਪਰਮਾਤਮਾ ਨੂੰ ਤਾਂ ਸਿਰਫ ਅਸੀਂ ਇਨਸਾਨੀ ਜਾਮੇ ਵਿੱਚ ਹੀ ਪਾ ਸਕਦੇ ਹਾਂ। ਕਬੀਰ ਸਾਹਿਬ ਨੇ ਕਿਹਾ ਹੈ ਕਿ ਇਸ ਦੇਹੀ ਕੋ ਸਿਮਰੇ ਦੇਵ, ਸਾਧਿਆ ਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਦੇਵੀ ਦੇਵਤੇ ਵੀ ਜਿਹੜੇ ਹੈ ਉਹ ਵੀ ਇਨਸਾਨ ਦੇ ਜਾਮੇ ਨੂੰ ਲੋਚਦੇ ਹੈ। ਕਿਉਂ ਲੋਚਦੇ ਹੈ? ਅਸੀਂ ਤੇ ਇਹ ਸੋਚਦੇ ਹਾਂ ਕਿ ਸ਼ਾਇਦ ਦੇਵੀ ਦੇਵਤੇ ਇਨਸਾਨਾਂ ਨਾਲੋਂ ਬੜੇ ਹੈ, ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹ ਕਹਿੰਦੇ ਨਹੀਂ ਪਿਆਰਿਓ, ਉਹ ਦੇਵੀ ਦੇਵਤੇ ਉਹ ਆਤਮਾ ਹਨ ਜਿਨ੍ਹਾਂ ਨੇ ਮਾਤ ਲੋਕ ਵਿੱਚ ਆ ਕੇ ਅੱਛੇ ਕਰਮ ਕੀਤੇ, ਪੁੰਨ ਦਾਨ ਕੀਤੇ, ਪਰਉਪਕਾਰ ਕੀਤੇ। ਉਸ ਪੁੰਨ ਦਾ ਇਨਾਮ ਉਹ ਸਵਰਗਾਂ ਦੇ ਅੰਦਰ ਅੱਜ ਭੋਗ ਰਹੇ ਹੈ। ਸਾਡੇ ਧਰਮ ਗ੍ਰੰਥ ਦੱਸਦੇ ਹੈ ਕਿ ਸਵਰਗਾਂ ਦੀ ਵੀ ਮਨਿਆਦ ਹੁੰਦੀ ਹੈ, ਔਰ ਜਦ ਉਹ ਮਨਿਆਦ ਖਤਮ ਹੋ ਜਾਂਦੀ ਹੈ ਸਵਰਗਾਂ ਚੋਂ ਆ ਕੇ ਇਨਸਾਨ ਦਾ ਜਾਮਾ ਇੱਕਦਮ ਮਿਲਦਾ ਹੈ। ਉਹ ਕਹਿੰਦੇ ਆ ਵੀ ਕਦ ਇਹ ਖਤਮ ਹੋਵੇ, ਕਦ ਅਸੀਂ ਜਾ ਕੇ ਇਨਸਾਨ ਦੇ ਜਾਮੇ ਦੀ ਵਾਰੀ ਆਏ ਤਾਂ ਕਿ ਅਬ ਅਸੀਂ ਪਰਮਾਤਮਾ ਦੀ ਭਗਤੀ ਕਰਾਂਗੇ, ਨਾਮ ਦੀ ਭਗਤੀ ਕਰਾਂਗੇ। ਕਿਉਂਕਿ ਸਵਰਗਾਂ ਦੇ ਅੰਦਰ ਵੀ ਭੋਗ ਜੂਨੀਆਂ ਹਨ, ਉੱਥੇ ਵੀ ਮੈਂ ਮੇਰੀ ਹੈ, ਉੱਥੇ ਵੀ ਇੱਕ ਦੂਸਰੇ ਨਾਲ ਦੁਆਇਸ਼ ਹੈ, ਮੌਤ ਪਦੈਸ਼ ਦਾ ਦੇਸ਼ ਹੈ। ਸੋ ਇਸ ਵਾਸਤੇ ਸੰਤ ਕਹਿੰਦੇ ਹੈ ਕਿ ਇਨਸਾਨ ਦਾ ਜਾਮਾ ਕਬੀਰ ਸਾਹਿਬ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਅਗਰ ਮਾਨਸ ਜਨਮ ਦਾ ਕੋਈ ਲਾਹਾ ਹੈ ਤੇ ਇਹਦੇ ਵਿੱਚ ਉਹ ਕੰਮ ਕਰ ਸਕਦੇ ਹਾਂ ਅਸੀਂ ਜਿਹੜਾ ਪਹਿਲੇ ਜਾਮਿਆਂ 'ਚ ਨਹੀਂ ਕੀਤਾ ਸੀ, ਉਹ ਪਰਮਾਤਮਾ ਦੇ ਨਾਲ ਮਿਲਾਪ ਹੈ। ਤੋ ਇਹੀ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਪਿਆਰਿਓ, ਜਿਸ ਦੀ ਖਾਤਰ ਪਰਮਾਤਮਾ ਨੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਉਹ ਤੁਹਾਨੂੰ ਕਿੱਥੋਂ ਸਾਧਨ ਔਰ ਤਰੀਕਾ ਮਿਲੇਗਾ? ਕਿਸੇ ਪੂਰੇ ਮਹਾਤਮਾ ਦੇ ਚਰਨਾਂ ਵਿੱਚ ਜਾ ਕੇ ਉਹ ਮਿਲੇਗਾ। ਸੋ ਇਸ ਵਾਸਤੇ ਮਹਾਤਮਾ ਸਾਨੂੰ ਬਾਹਰ ਮੁਖੀ ਨਹੀਂ ਕਰਦੇਗੇ, ਉਹ ਸਾਨੂੰ ਦੱਸਦੇ ਹੈ ਕਿ ਸਭ ਤੋਂ ਨਜ਼ਦੀਕ ਤੁਹਾਡਾ ਪਿਆਰਾ ਉਹ ਪਰਮਾਤਮਾ ਹੈ। ਬਾਹਰੋਂ ਨਾ ਕਿਸੇ ਨੂੰ ਮਿਲਿਆ ਅਜੇ ਤੱਕ, ਨਾ ਮਿਲਦਾ ਹੀ ਹੈ, ਉਹ ਸਾਡੇ ਅੰਦਰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਭ ਕੁਝ ਘਰ ਮੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀਂ। ਜੋ ਕੁਝ ਹੈ ਤੁਹਾਡੇ ਸਰੀਰ ਅੰਦਰ ਰੱਖਿਆ ਹੈ, ਜੋ ਬਾਹਰ ਢੂੰਡਦੇ ਫਿਰਦੇ ਹੈ। ਮੈਨੂੰ ਕਾਫੀ ਸਫ਼ਰ ਕਰਨ ਦਾ, ਮਹਾਤਮਾ ਦੀ ਚਰਨਾਂ ਵਿੱਚ ਜਾਣ ਦਾ ਮੌਕਾ ਮਿਲਿਆ ਮੇਰੀ ਜ਼ਿੰਦਗੀ ਦੇ ਅੰਦਰ, ਔਰ ਆਖਰ ਸਵਾਏ ਪਰੇਸ਼ਾਨੀ ਤੋਂ ਹੋਰ ਕੁਝ ਵੀ ਨਹੀਂ ਮਿਲਦਾਗਾ। ਜਾਂ ਹੰਕਾਰ ਆ ਜਾਂਦਾ ਹੈ ਕਿ ਅਸੀਂ ਇਤਨੇ ਤੀਰਥ ਕਰ ਲਏ ਹੈ, ਜਾਂ ਇਤਨਾ ਅਸੀਂ ਦਾਨ ਪੁੰਨ ਕਰ ਲਿਆ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਕਿ ਕੀਆ ਕਰਾਇਆ ਸਭ ਗਿਆ ਜਬ ਆਇਆ ਹੰਕਾਰ। ਜਦ ਹੰਕਾਰ ਆ ਗਿਆ ਕਿ ਮੈਂ ਕਰਦਾ ਹੈ ਤਾਂ ਮਨ ਸਾਨੂੰ ਮੈਂ ਤੋਂ ਕਦ ਬਚਣ ਦਿੰਦਾ ਹੈ? ਇਹ ਸਾਡੇ ਸਾਥ ਹੀ ਹੁੰਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਹੈ ਜਿਸ ਦੀ ਖਾਤਰ ਪਰਮਾਤਮਾ ਨੇ ਮਿਹਰ ਕਰਕੇ ਇਨਸਾਨ ਦਾ ਜਾਮਾ ਦਿੱਤਾ ਹੈ, ਉਹ ਤੁਹਾਨੂੰ ਬਾਹਰੋਂ ਕਿਸੇ ਜਗ੍ਹਾ ਤੋਂ ਉਹ ਅੰਮ੍ਰਿਤ ਜੋ ਨਾਮ ਦਾ ਹੈ ਨਹੀਂ ਮਿਲੇਗਾ, ਉਹ ਅੰਦਰੋਂ ਹੀ ਮਿਲੇਗਾ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਆ ਪਨਹਾਰੀ। ਸਾਡੀ ਦੇਹ ਜਿਹੜੀ ਹੈ ਇਹ ਅੰਮ੍ਰਿਤ ਦਾ ਚਸ਼ਮਾ ਹੈ। ਇਸ ਦੇ ਅੰਦਰ ਕੋਈ ਥੋੜਾ ਬਹੁਤਾ ਛਿੱਟੇ ਮਾਰਨ ਜੋਗਰਾ ਹੀ ਅੰਮ੍ਰਿਤ ਨਹੀਂਗਾ। ਕਹਿੰਦੇ ਬੇਸ਼ੁਮਾਰ ਅੰਮ੍ਰਿਤ ਦਾ ਖੂਹ ਲੱਗਿਆ ਹੋਇਆ ਹੈ, ਚਸ਼ਮਾ ਲੱਗਿਆ ਹੋਇਆ ਹੈ। ਸ਼ਬਦੇ ਕਾਢ ਪੀਆ ਪਨਹਾਰੀ, ਲੇਕਿਨ ਕੌਣ ਕੱਢ ਸਕਦਾ ਹੈ? ਜੋ ਸ਼ਬਦ ਨਾਮ ਦੀ ਕਮਾਈ ਕਰਦਾ ਹੈ, ਉਸ ਦੀ ਪਾਣੀ ਭਰਨ ਵਾਲੀ ਕਿਆ ਦਿਨ ਰਾਤ ਆਤਮਾ ਸ਼ਬਦ ਦੇ ਨਾਲ ਜੋੜਦਾ ਹੈ, ਉਹੀ ਕੱਢ ਸਕਦੀ ਹੈ। ਸੋ ਇਸ ਵਾਸਤੇ ਆਪ ਕਹਿੰਦੇ ਸਾਡੀ ਕੀ ਹਾਲਤ ਹੈ? ਜਿਉਂ ਕਸਤੂਰੀ ਮਿਰਗ ਨਾ ਜਾਣਿਓ ਭਰਮ ਦਾ ਭਰਮ ਭਰਮਾਇਆ। ਜਿਸ ਤਰ੍ਹਾਂ ਮਿਰਗ ਦੀ ਨਾਭੀ ਦੇ ਅੰਦਰ ਕਸਤੂਰੀ ਹੈ, ਖੁਸ਼ਬੂ ਹੈ, ਜਦ ਖੁਸ਼ਬੂ ਆਉਂਦੀ ਹੈ ਉਹ ਇਧਰ ਉਧਰ ਭੱਜਣਾ ਸ਼ੁਰੂ ਕਰਦਾ ਹੈ, ਉਹ ਝਾੜੀਆਂ ਭਾਲਦਾ ਹੈ, ਉੱਚੇ ਨੀਵੇਂ ਜਗ੍ਹਾ ਭਾਲਦਾ ਹੈ ਕਿ ਸ਼ਾਇਦ ਖੁਸ਼ਬੂ ਇਧਰੋਂ ਆਉਂਦੀ ਹੈ। ਲੇਕਿਨ ਕਹਿੰਦੇ ਉਹ ਅੰਮ੍ਰਿਤ ਘਟ ਮਾਹੀ ਜੀਓ, ਉਹ ਅੰਮ੍ਰਿਤ ਤਾਂ ਤੁਹਾਡੇ ਅੰਦਰ ਪਰਮਾਤਮਾ ਨੇ ਰੱਖਿਆ ਹੋਇਆ ਹੈ।
ਅਸੀਂ ਉਹਨੂੰ ਕਿਉਂ ਨਹੀਂ ਪੀ ਸਕਦੇਗੇ? ਇਹ ਬੜੀ ਸੋਚਣ ਦੀ ਗੱਲ ਹੈ। ਕੋ ਅੰਮ੍ਰਿਤ ਜਿਹੜਾ ਹੈ 9 ਦੁਆਰਿਆਂ ਦੇ ਅੰਦਰ ਸਾਨੂੰ ਪ੍ਰਾਪਤ ਨਹੀਂ ਹੁੰਦਾਗਾ। ਅੱਖਾਂ ਤੋਂ ਜਦ ਤੱਕ ਅਸੀਂ ਥੱਲੇ ਥੱਲੇ ਹਾਂ ਉਹਨਾਂ ਚਿਰ ਅਸੀਂ ਇੰਦਰੀਆਂ ਦੇ ਭੋਗਾਂ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਹਾਂ। ਜੋ ਸਾਡੇ ਅੰਦਰ ਅੰਮ੍ਰਿਤ ਹੈ ਉਸ ਨੂੰ ਇਹੀ ਅੰਦਰਲੇ ਡਾਕੂ ਜਿਹੜੇ ਹੈ ਇਹ ਲੁੱਟ ਰਹੇ ਹੈ। ਜਦ ਘਰ ਦਾ ਮਾਲਕ ਘਰ ਅੰਦਰ ਹੀ ਨਹੀਂਗਾ, ਇਹ ਤਾਂ ਹੁਣ ਚੋਰਾਂ ਦੀ ਜਾਂ ਡਾਕੂਆਂ ਦੀ ਮਰਜ਼ੀ ਹੈ ਕਿ ਉਸ ਘਰ ਵਿੱਚ ਕੋਈ ਛੱਡਣਾ ਜਾਂ ਸਾਰਾ ਕੁਝ ਹੀ ਲੁੱਟ ਕੇ ਲੈ ਜਾਣਾ ਹੈ। ਸੋ ਇਸ ਵਾਸਤੇ ਜਦ ਘਰ ਦਾ ਮਾਲਕ ਜਾਗ ਪੈਂਦਾ ਹੈ ਉਦੋਂ ਚੋਰਾਂ ਦੀ ਡਾਕੂਆਂ ਦੀ ਉੱਥੇ ਮੌਜੂਦਗੀ ਬਰਦਾਸ਼ਤ ਨਹੀਂ ਕਰਦਾਗਾ। ਜਦ ਘਰ ਦਾ ਮਾਲਕ ਆਪਣੀ ਆਈ ਤੇ ਆ ਜਾਂਦਾ ਹੈ ਤਾਂ ਜਿਹੜੇ ਚੋਰ ਹੈ ਡਾਕੂ ਲੁੱਟਣ ਵਾਲੇ ਹੈ ਉਹ ਇੱਕ ਇੱਕ ਕਰਕੇ ਘਰ ਦੇ ਵਿੱਚੋਂ ਨਿਕਲ ਜਾਂਦੇ ਹੈ। ਕਬੀਰ ਸਾਹਿਬ ਕਹਿੰਦੇ ਹੈ ਮੁਸਾਫਰ ਜਾਗਤੇ ਰਹਿਣਾ ਨਗਰ ਮੇ ਚੋਰ ਆਤੇ ਹੈ। ਇਹ ਸਰੀਰ ਕਹਿਣ ਲੱਗੇ ਇਹਦੇ ਅੰਦਰ ਚੋਰ, ਸਾਨੂੰ ਪਤਾ ਹੈ ਕਾਮ ਸਾਥੋਂ ਜਾਨਵਰਾਂ ਵਾਲੇ ਕੰਮ ਕਰਾ ਲੈਂਦਾ ਹੈ, ਜਾਨਵਰ ਹੀ ਬਣਾ ਦਿੰਦਾ ਹੈ, ਕੋਲੇ ਖੜਾ ਇਨਸਾਨ ਨਹੀਂ ਦਿਸਦਾਗਾ। ਇਸੇ ਤਰ੍ਹਾਂ ਕ੍ਰੋਧ ਸਾਡੇ ਸਾਰੇ ਸ਼ੁਭ ਗੁਣਾਂ ਨੂੰ ਚਬਾ ਕੇ ਰੱਖ ਦਿੰਦਾ ਹੈ ਔਰ ਉਹ ਸਾਥੋਂ ਕੰਮ ਕਰਾ ਦਿੰਦਾ ਹੈ, ਸਾਰੀ ਜ਼ਿੰਦਗੀ ਖੁਸ਼ਕ ਕਰ ਦਿੰਦਾ ਹੈ। ਲੋਭ ਸਾਨੂੰ ਮਾਸ ਦੇ ਲੋਥੜੇ ਦੀ ਤਰ੍ਹਾਂ ਬਣਾ ਦਿੰਦਾ ਹੈ, ਇਸ ਵਾਸਤੇ ਉਹ ਸਾਨੂੰ ਆਪਦਾ ਦਾਸ ਬਣਾਈ ਰੱਖਦਾ ਹੈ। ਤੋ ਇਹ ਹਾਲਤ ਹੰਕਾਰ ਜਿਹੜਾ ਸਭ ਤੋਂ ਮਗਰੋਂ ਹਾਰ ਮੰਨਦਾ ਹੈ ਹਾਲਤ ਹੈ ਕਿ ਹੰਕਾਰੀ ਆਦਮੀ ਇਹ ਮਿੱਥ ਕੇ ਚੱਲਦਾ ਹੈ ਕਿ ਮੈਂ ਜੋ ਕੁਝ ਬੋਲਦਾ ਹੈ, ਜੋ ਕੁਝ ਮੈਂ ਕਹਿਣਾ ਹੈ ਉਹ ਸਹੀ ਹੈ। ਸੋ ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਆ ਕਿ ਇਹ ਜਿਹੜੇ 5 ਚੋਰ ਹੈ ਇਹ ਕੋਈ ਬਾਹਰੋਂ ਨਹੀਂ ਆਉਂਦੇਗੇ, बीमारी सारी अंदरे ही है। तो आप कहते नगर में चोर आते हैं, रात का टाइम है, काम आउंदा है, वो जगा लैंदा मंजे तो शरीर नाल उसदी असी जिहड़ी कमी है उसदी ख्वाहिश नूं पूरा करते हैं। इस तरह क्रोध आउंदा है वो भी सानू अंदरों ही परेशान करता है। तो ਉਹਦੀ भी पूर्ति करने वास्ते असी कितने कितने भैड़े ऐब कर लेने हैं। भरा का सिर जिहड़ा है वो गाजर मूली असी बना लेने हैं। अपने पराए का पता ही नहीं लगता गा कि कौन खड़ा है। क्रोधी आदमी का जिहड़ा खून है वो जल जाता है जब क्रोध का शिकार होया हुंदा है। बेशक असी उस वक्त किसी भी डॉक्टर तो चेकअप कराइए तो जिहड़ा खून है उस वेले प्रैशर जिहड़ा है वो वधिया हुंदा है। तो इस वास्ते क्रोध नाल जिहड़ी साडे ख्याल है आत्मा है वो फैल जाती है। कामी आदमी नाम की चढ़ाई दे काबल नहीं रहिंदा, काम नाल साडी आत्मा नीचे गिर जाती है। सो इस वास्ते संत महात्मा सानू दसदे है कि जद घर दा मालक जाग पैंदा है वो चोर डाकू उथों भज जाते हैं। कबीर साहब कहते मुसाफिर जागते रहना, असी मुसाफिर हैं। मुसाफिर किहनूं कहा जाता है? जिहड़ा एक रात वास्ते किसी मकान में ठहरे। लेकिन असी बेशक इस गल नूं ना मन्नीए कि असी मुसाफिर नहीं, लेकिन संत सानू हमेशा ही मुसाफिर करके बयान करते हैं। मुसाफिर उही है कि जिन्हें पता नहीं कि कद तुर जाना है, घर दे मालक ने कद कहना है कि बई तू इत्थों चलिया जा। सो इस वास्ते संत सानू दसदे है कि सानू भी पता नहीं कि भरिया बाजार असी कद छड़ जाना है। महाराज जी कहते हुंदे ये जे शरीर ये मकान जिहड़ा है ये पराया मकान है, इत्थे असी लिया, इत्थे असी छड्ड के तुरे जाना है। तो अनेकां ही साडे माता पिता भैन भरा पता नहीं किन्ने क साडे पिछले जामिਆਂ च होए आ, गां नूं किन्ने क साडे बनणगे। जे पिछलियां दी याद नहीं ते जिन्हां नूं असी अज मोह पाई बैठे हैं इन्हां दी असी किस तरह याद बना लांगे। जे पिछले घर बार जिन्ने असी बनाए आ वो साडे साथ नहीं आए, अज सानू पता नहीं गा। महाराज सावण सिंह दे मुतलक जिस महात्मा तो मैनू बाबा बिशन दास तो 2 शब्द का भेद मिलिया सीगा, उन्हां दा दोस्त फत्ती मुसलमान हुंदा सीगा, उहदे पास भी 2 ही शब्द का भेद हुंदा सी। वो काफी लगाव वाले सन। जद मैं महाराज सावन सिंह दे पास बाबा बिशन दास नूं लगया, वो फत्ती मुसलमान फकीर भी उन्हां दे साथ ही गया सीगा। तो अच्छा इन्हां लोकां नूं जिहड़े दूसरी मंजिल ते जांदे है बड़ी अंतरयामता हुंदी है। तो इस वास्ते बैठा बैठा कहन लग्या महाराज सावण सिंह नूं कि सच्चे पातशाह तुहाडा एक जामा राजे फरीदकोट दे घर विच भी होया। जिन्हां लोकां ने राजा फरीदकोट बलवीर सिंह देखिया सीगा, पता है कि महाराज सावण दे उत्ते ओहदी चुण पैंदी हुंदी सीगी।
ਸੋ ਇਸ ਵਾਸਤੇ ਉਸੇ ਹੀ ਰੰਗ ਉਹਨਾਂ ਦਾ ਗੁਲਾਬੀ ਚਿਹਰਾ ਹੁੰਦਾ ਸੀਗਾ, ਬੜਾ ਪ੍ਰਭਾਵਸ਼ਾਲੀ ਸੀਗਾ। ਤੋ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਵੀ ਜੇ ਮੈਂ ਅੱਜ ਉਹਨਾਂ ਮਹੱਲਾਂ ਵਿੱਚ ਜਾਵਾਂ ਕੋਈ ਮੈਨੂੰ ਉੱਥੇ ਤੁਸਣ ਦੇਵੇਗਾ? ਸੋ ਇਸ ਵਾਸਤੇ ਸੰਤ ਕਹਿੰਦੇ ਆ ਕਿ ਪਿਆਰਿਓ, ਜਦ ਪਿਛਲੇ ਮਕਾਨ ਸਾਡੇ ਯਾਦ ਨਹੀਂ ਗਏ, ਕੀ ਹੋਣ ਵਾਲੇ ਅਸੀਂ ਯਾਦ ਰੱਖਾਂਗੇ? ਇਸ ਵਾਸਤੇ ਸਾਨੂੰ ਮੁਸਾਫਰ ਕਹਿੰਦੇ ਆ। ਜਾਗਦੇ ਰਹਿਣਾ नगर में चोर आते है, जरा सी नींद गफलत में झटपट गठड़ी उठाते है। ਕਿੰਨਾਂ ਦਾ ਮਾਲ ਲੁੱਟ ਕੇ ਲੈ ਜਾਂਦੇ ਆ, ਕਿੰਨਾਂ ਦੇ ਸ਼ੁਭ ਗੁਣ ਚਬਾ ਕੇ ਲੈ ਜਾਂਦੇ ਹੈ, ਜਿਹੜੇ ਗਫਲਤ ਦੇ ਵਿੱਚ ਹੈ, ਜਿਹੜੇ ਭਜਨ ਸਿਮਰਨ ਨਹੀਂ ਕਰਦੇ, ਸਤਸੰਗ ਵਿੱਚ ਨਹੀਂ ਜਾਂਦੇਗੇ। ਔਰ ਕਿਉਂਕਿ ਸਤਸੰਗ ਜੋ ਹੈ ਇਹੀ ਭਜਨ ਦੀ ਵਾੜ ਹੈ। ਸਤਸੰਗ ਦੇ ਵਿੱਚ ਆ ਕੇ ਸਾਨੂੰ ਸਾਡੀਆਂ ਕਮੀਆਂ ਦਾ, ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਜਿਹੜੇ ਗਫਲ ਦੇ ਵਿੱਚ ਹੈ ਉਹਨਾਂ ਦੀ ਜਿਹੜੀ ਨਾਮ ਦੀ ਪੂੰਜੀ ਹੈ ਉਹ ਸਾਰੀ ਲੁੱਟ ਲੈ ਜਾਂਦੇ ਹੈ। ਸੋ ਸਭ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਬਿਮਾਰੀ ਸਾਡੇ ਅੰਦਰ ਹੈ, ਦਵਾਈ ਵੀ ਸ਼ਬਦ ਨਾਮ ਦੀ ਅੰਦਰ ਹੀ ਹੈ। ਸੋ ਇਸ ਵਾਸਤੇ ਅੰਦਰ ਮਾਰਨੇ ਵਾਲਾ ਵੀ ਹੈ, ਅੰਦਰ ਬਚਾਣੇ ਵਾਲਾ ਵੀ ਪਰਮਾਤਮਾ ਹੈ। ਸੋ ਸੰਤ ਮਹਾਤਮਾ ਦੱਸਦੇ ਹੈ ਕਿ ਇਹ ਤੁਹਾਨੂੰ ਕਿੱਥੋਂ ਮਿਲੇਗਾ ਬਈ? ਕਿਸੇ ਮਹਾਤਮਾ ਦੇ ਕੋਲੋਂ ਜਾ ਕੇ ਮਿਲੇਗਾ। ਹੁਣ ਗੁਰੂ ਨਾਨਕ ਅੱਗੇ ਦੱਸਦੇ ਹੈ ਕਿ ਕਿੰਨਾ ਕਿੰਨਾ ਚੀਜ਼ ਉਹ ਸਾਧਨ ਅਪਣਾਉਣੇ ਹੈ ਜਿਹਦੇ ਕਰਕੇ ਅਸੀਂ ਉਸ ਪਰਮਾਤਮਾ ਨੂੰ ਪਾ ਸਕੀਏ, ਅੰਮ੍ਰਿਤ ਨੂੰ ਪਾ ਸਕੀਏ। ਜੀ जिस जल निद कारण तुम जागे आए, सो अमृत गुर पाही जियो। छोड़ो वेश पेख चतुराई, दुविधा एह फल नहीं जियो। ਕੀ ਕਰੋ? ਮਤਾ ਇਹ ਦਿਲ ਦੇ ਵਿੱਚ ਖਿਆਲ ਆਏ ਕਿ ਅਸੀਂ ਚਿੱਟੇ ਵਸਤਰ ਉਤਾਰ ਕੇ ਭਗਵੇਂ ਪਾ ਲਾਂਗੇ ਤਾਂ ਪਰਮਾਤਮਾ ਮਿਲੇਗਾ, ਜਾਂ ਭਗਵੇਂ ਉਤਾਰ ਕੇ ਅਸੀਂ ਨੀਲੇ ਪਾ ਲਈਏ ਤਾਂ ਪਰਮਾਤਮਾ ਮਿਲੇਗਾ, ਜਾਂ ਹਰੇ ਰੰਗ ਦੇ ਪਾ ਲਈਏ ਜਾਂ ਕਾਲੇ ਰੰਗ ਦੇ ਪਾ ਲਈਏ। ਇਹ ਤਾਂ ਸਰੀਰ ਤਾਂ ਇੱਕ ਘੋੜਾ ਹੈ, ਇਹਦੇ ਉੱਤੇ ਜੈਸਾ ਵੀ ਮਰਜ਼ੀ ਤੁਸੀਂ ਲਿਬਾਸ ਪਾ ਲਓ, ਇਸ ਨੂੰ ਇਸ ਲਿਬਾਸ ਦਾ ਨਾ ਕੋਈ ਫਾਇਦਾ ਹੈ, ਨਾ ਕੋਈ ਫਾਇਦਾ ਹੈ, ਨਾ ਇਹਨੂੰ ਕੋਈ ਸੁੱਖ ਹੈ, ਨਾ ਕੋਈ ਇਸ ਨੂੰ ਦੁੱਖ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੋਈ ਓਢੈ ਨੀਲ ਕੋਈ ਪਹਿਨਾ ਸਫੈਦ। ਇਹ ਤਾਂ ਸਾਡੀ ਆਪ ਦੇ ਉੱਤੇ ਨਿਰਭਰ ਹੈ ਕਿ ਅਸੀਂ ਕੈਸਾ ਕੱਪੜਾ ਪਹਿਨਣਾ ਚਾਹੁੰਦੇ ਹਾਂ। ਸੋ ਇਸ ਵਾਸਤੇ ਆਪ ਕਹਿੰਦੇ ਛੋਡੋ ਵੇਸ਼ ਪੇਖ ਚਤਰਾਈ। ਔਰ ਇਹਨਾਂ ਚੀਜ਼ਾਂ ਦੇ ਨਾਲ ਧਾਰਨ ਕਰਨਾ, ਪਰਮਾਤਮਾ ਅਗਰ ਮਿਲਦਾ ਹੋਵੇ ਹੋਰ ਕਿਹੜਾ ਸਸਤਾ ਸੌਦਾ ਇਹਨੂੰ ਹੋ ਸਕਦਾ ਹੈ। ਬਾਕੀ ਰਹੇਗੀ ਚਤਰਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਮਤਾ ਇਹ ਦਿਲ ਵਿੱਚ ਖਿਆਲ ਆਵੇ ਕਿ ਅਸੀਂ ਉਹਨੂੰ ਪਰਮਾਤਮਾ ਨੂੰ ਧੋਖਾ ਦੇ ਲਾਂਗੇ। ਆਪ ਦੱਸਦੇ ਆ ਕਿ ਅਸੀਂ ਦੁਨੀਆ ਨੂੰ ਤਾਂ ਧੋਖਾ ਦੇ ਲਵਾਂਗੇ, ਆਪਣੇ ਆਪ ਨੂੰ ਵੀ ਦੇ ਲੈਨੇ ਆ ਧੋਖਾ। ਔਰ ਲੇਕਿਨ ਜੋ ਸਾਡੇ ਅੰਦਰ ਬੈਠਾ ਹੈ ਪਰਮਾਤਮਾ, ਜੋ ਸਾਡੀ ਹਰ ਹਰਕਤ ਨੂੰ ਦੇਖਦਾ ਹੈ, ਉਹ ਨਾ ਤਾਂ ਅਜੇ ਤਾਈਂ ਕਦੇ ਕਿਸੇ ਧੋਖੇ ਵਿੱਚ ਆਇਆ ਹੈ, ਨਾ ਆ ਹੀ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਹੈ ਰਾਮ ਚਰੋਖੇ ਬੈਠ ਕੇ ਸਭ ਕਾ ਚਾਰਾ ਲੈ, ਜਾਂ ਕੀ ਜੈਸੀ ਚਾਕਰੀ ਤਾਂ ਕੋ ਤੈਸਾ ਦੇ। ਉਹ ਸਭ ਦੇ ਅੰਦਰ ਦੇਖ ਕੇ ਬੈਠ ਕੇ ਦੇਖ ਰਿਹਾ ਹੈ, ਜੈਸੀ ਜੈਸੀ ਕੋਈ ਚਾਕਰੀ ਕਰਦਾ ਹੈ, ਜੈਸਾ ਜੈਸਾ ਕੋਈ ਕਰਦਾ ਹੈ, ਉਹਨੂੰ ਵੈਸੀ ਵੈਸੀ ਉਹ ਮਜ਼ਦੂਰੀ ਦੇ ਰਿਹਾ ਹੈ। ਮੈਂ ਦੱਸਦਾ ਹੁੰਦਾ ਹੈ ਕਿ ਅਸੀਂ ਆਮ ਤੌਰ ਦੇ ਉੱਤੇ ਦੁਨੀਆਦਾਰ ਲੋਕ ਜਦ ਕੋਈ ਦਾਨ ਪੁੰਨ ਕਰਦੇ ਹੈ, ਕੋਈ ਸ਼ੁਭ ਕੰਮ ਕਰਦੇ ਹੈ, ਪੰਡਤ ਤੋਂ ਜਾਂ ਭਾਈ ਤੋਂ ਜਾ ਕੇ ਅਸੀਂ ਪੱਤਰੀ ਵੀ ਕਢਾਉਨੇ ਹੈ, ਦਿਨ ਵਾਰ ਵੀ ਪੁੱਛਦੇ ਹੈ, ਕਿਹੜਾ ਦਿਨ ਅੱਛਾ ਹੋਏਗਾ, ਉਹਦੇ ਮੁਤਾਬਕ ਅਸੀਂ ਕਰਦੇ ਹਾਂ। ਲੇਕਿਨ ਜਦ ਪਾਪ ਕਰਨਾ ਹੁੰਦਾ ਹੈ, ਅੱਜ ਤੱਕ ਕਦੇ ਨਾ ਅਸੀਂ ਪੰਡਤ ਵਿਚਾਰੇ ਦੀ ਸਲਾਹ ਲੈਂਦੇ ਹਾਂ, ਨਾ ਕਿਸੇ ਭਾਈ ਦੀ ਸਲਾਹ ਲੈਂਦੇ ਹਾਂ, ਨਾ ਕੋਈ ਮੁੱਲਾਂ ਦੀ ਸਲਾਹ ਲੈਂਦੇ ਹਾਂ ਕਿ ਕਿਹੜਾ ਦਿਨ ਠੀਕ ਹੋਏਗਾ। ਤਜਰਬਾ ਦੱਸਦਾ ਹੈ ਜਿਸ ਦਾ ਵੀ ਮੌਕਾ ਲੱਗਦਾ ਹੈ ਉਹ ਉਸ ਮੌਕੇ ਤੋਂ ਆਪਦੇ ਜਾਣੇ ਭੁੱਲੜ ਫਾਇਦਾ ਉਠਾਉਣ ਦੀ ਕਰਦਾ ਹੈ, ਉਸ ਪਾਪ ਦੀ ਪੰਡ ਬਣ ਲੈਂਦਾ ਹੈ। ਲੇਕਿਨ ਸੰਸਾਰ ਵਿੱਚ ਅਸੀਂ ਸੁਖੀ ਵੀ ਦੇਖਦੇ ਹਾਂ, ਲੋਕਾਂ ਨੂੰ ਦੁਖੀ ਵੀ ਦੇਖਦੇ ਹਾਂ, ਬਿਮਾਰ ਵੀ ਦੇਖਦੇ ਹਾਂ, ਤੰਦਰੁਸਤ ਵੀ ਦੇਖਦੇ ਹਾਂ, ਜ਼ਿਆਦਾ ਚਿਰ ਲੰਮੀ ਬਿਮਾਰੀਆਂ ਭੋਗਣ ਵਾਲੇ ਵੀ ਅਸੀਂ ਦੇਖਦੇ ਹਾਂ, ਲੰਮਾ ਚਿਰ ਲੋਕ ਤੰਦਰੁਸਤੀ ਮਾਣਦੇ ਵੀ ਅਸੀਂ ਦੇਖਦੇ ਹਾਂ। ਇਹ ਕਿਉਂ ਹੈ ਬਈ? ਉਹ ਇਹੀ ਹੈ ਕਿ ਉਹ ਪਰਮਾਤਮਾ ਸਾਨੂੰ ਸਾਡੇ ਪੁੰਨਾਂ ਦਾ ਇਨਾਮ ਤੰਦਰੁਸਤੀ ਦਿੰਦਾ ਹੈ। ਜ਼ਿਆਦਾ ਚਿਰ ਪੁੰਨ ਹੁੰਦੇ ਆ, ਜ਼ਿਆਦਾ ਚਿਰ ਤੰਦਰੁਸਤੀ ਹੁੰਦੀ ਹੈ। ਪਾਪਾਂ ਦਾ ਜੋ ਸਜ਼ਾ ਹੈ ਉਹ ਸਾਨੂੰ ਬਿਮਾਰੀ, ਬੇਰੁਜ਼ਗਾਰੀ, ਗਰੀਬੀ,
ਇਹ ਚੀਜ਼ ਸਾਨੂੰ ਪਾਪ ਦਾ ਦੰਡ ਮਿਲਦਾ ਹੈ। ਸੋ ਇਸ ਵਾਸਤੇ ਸੰਤ ਕਹਿੰਦੇ ਹੈ, ਪਾਪ ਪੁੰਨ ਕੀ ਹੈ ਇਹ ਨਗਰੀਆ, ਸੋ ਉਭਰੇ ਸਤਿਗੁਰ ਸਰਣਈਆ। ਇਹ ਦੇਹ ਜਿਹੜੀ ਹੈ, ਕੁਝ ਸਾਡੇ ਪੁੰਨ ਰਲੇ, ਕੁਝ ਪਾਪ ਰਲੇ ਹੈ, ਇਹ ਸਾਨੂੰ ਮਿਲ ਗਈ ਹੈ। ਅਗਰ ਸਾਡੇ ਪੁੰਨ ਹੀ ਪੁੰਨ ਹੁੰਦੇ ਅਸੀਂ ਸਵਰਗਾਂ 'ਚ ਬੈਠੇ ਹੁੰਦੇ, ਜੇ ਪਾਪ ਹੀ ਪਾਪ ਹੁੰਦੇ ਅਸੀਂ ਨਰਕਾਂ ਵਿੱਚ ਸੜਦੇ ਹੁੰਦੇ। ਹੁਣ ਕੁਝ ਪੁੰਨ ਰਲੇ, ਕੁਝ ਪਾਪ ਰਲੇ ਹੈ, ਸਾਨੂੰ ਇਨਸਾਨ ਦਾ ਜਾਮਾ ਮਿਲ ਗਿਆ ਹੈ। ਲੇਕਿਨ ਇਥੋਂ ਕੌਣ ਪੂਰਾ ਫਾਇਦਾ ਉਠਾ ਕੇ ਜਾਏਗਾ? ਸੋ ਉਭਰੇ ਜੋ ਸਤਿਗੁਰ ਸਰਣਈਆ, ਜੋ ਕਿਸੇ ਪੂਰੇ ਮਹਾਤਮਾ ਦੀ, ਜੁੜੇ ਮਹਾਤਮਾ ਦੀ ਸੰਗਤ ਔਰ ਸੁਹਬਤ ਦੇ ਵਿੱਚ ਜਾ ਕੇ ਫਾਇਦਾ ਉਠਾ ਜਾਂਦੇ ਹੈ। ਸੋ ਇਸ ਵਾਸਤੇ ਉਹੀ ਇਥੋਂ ਫਾਇਦਾ ਉਠਾ ਕੇ ਜਾਂਦੇ ਹੈ। ਸੋ ਆਪ ਕਹਿੰਦੇ ਹੈ, ਇਹਨਾਂ ਚੀਜ਼ਾਂ ਨੂੰ ਛੱਡ ਦਿਓ, ਵੇਸ ਨਾ ਪ੍ਰਮਾਤਮਾ ਨਹੀਂ ਮਿਲਦਾਗਾ, ਭੇਖ ਨਾ ਨਹੀਂ ਮਿਲਦਾਗਾ। ਸੋ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਤਾਂ ਇੱਥੋਂ ਤੱਕ ਕਹਿੰਦੇ ਆ, ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੂਲੀਨ। ਮੈਂ ਗੁਰੂ ਗੋਬਿੰਦ ਸਿੰਘ ਦੀ ਕਹਾਣੀ ਸੁਣਾਉਣਾ ਹੁੰਦਾ ਹੈ ਕਿ ਜਦੋਂ ਅਨੰਦਪੁਰ ਸਾਹਿਬ ਸੀਗੇ, ਉਹਨਾਂ ਨੇ ਉਸ ਵੇਲੇ ਲੋਕ, ਬੜੇ ਹੀ ਲੋਕ ਭੇਖ ਬਣਾ ਕੇ ਫਿਰਦੇ ਹੁੰਦੇ ਸੀਗੇ। ਉਹਨਾਂ ਦੇ ਸ਼ਿਸ਼ ਕੁਛ ਭੇਖ ਦੀ ਬੜੀ ਤਾਰੀਫ ਕਰਨ ਲੱਗੇ। ਤੋ ਉਹਨਾਂ ਨੇ ਇੱਕ ਦਿਨ ਕਿਸੇ ਗਧੇ ਦੇ ਉੱਪਰ ਸ਼ੇਰ ਦੀ ਖੱਲ ਪਵਾ ਦਿੱਤੀ, ਕਿਸੇ ਨੂੰ ਖਬਰ ਤੱਕ ਨਾ ਹੋਣ ਦਿੱਤੀ। ਜਿਹੜੇ ਕੋਈ ਮੁਖੀਆ 2-4 ਸੀ ਉਹਨਾਂ ਨੂੰ ਪਤਾ ਸੀਗਾ, ਔਰ ਬਾਹਰ ਕਿਲੇ ਦੇ ਛੱਡ ਦਿੱਤਾ। ਜਿਹੜਾ ਵੀ ਕੋਈ ਕਿਲੇ ਦੇ ਬਾਹਰ ਜਾਵੇ ਉਹ ਭੱਜਿਆ ਹੈ ਉਸੇ ਆਪਦਾ ਸਭ ਕੁਝ ਛੱਡ ਕੇ, ਕਿ ਬਾਹਰ ਤਾਂ ਸ਼ੇਰ ਫਿਰਦਾ ਹੈ। ਸਾਨੂੰ ਪਤਾ ਜੇ ਸ਼ੇਰ ਸਾਡੇ ਬੂਹੇ ਤੋਂ ਬਾਹਰ ਫਿਰਦਾ ਹੋਵੇ ਤੇ ਅਸੀਂ ਕਿਸ ਤਰ੍ਹਾਂ ਉੱਥੇ ਅੱਗੇ ਸਾਹਸ ਕਰ ਸਕਦੇ ਹਾਂ ਕਿ ਅਸੀਂ ਟੱਟੀ ਪਿਸ਼ਾਬ ਉੱਥੇ ਜਾ ਕੇ ਜਾ ਆਵਾਂਗੇ, ਜਾਂ ਆਪਣੇ ਖੇਤ ਅੰਦਰ ਜਾ ਕੇ ਦੇਖ ਆਵਾਂਗੇ, ਜਾਂ ਦੁਕਾਨ ਤੇ ਚਲੇ ਜਾਵਾਂਗੇ। ਉਹ ਜਿਹੜਾ ਵੀ ਬਾਹਰ ਜਾਵੇ ਸਹਿਮ ਦਾ ਮਾਰਿਆ ਆ ਕੇ ਗੁਰੂ ਸਾਹਿਬ ਨੂੰ ਕਹੇ, ਮਹਾਰਾਜ ਜੀ ਬਾਹਰ ਤਾਂ ਸ਼ੇਰ ਆਇਆ ਹੋਇਆ ਹੈ। ਉਹ ਕਹਿੰਦੇ, ਅੱਛਾ ਭਾਈ, ਕਰਦੇ ਆ ਕੋਈ ਇੰਤਜ਼ਾਮ। 1-2 ਦਿਨ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਟਾਲਦੇ ਰਹੇ। ਜਦੋਂ ਦੇਖਿਆ ਵੀ ਇਹਨਾਂ ਨੂੰ ਬਿਲਕੁਲ ਹੀ ਯਕੀਨ ਹੋ ਗਿਆ ਹੈ ਵੀ ਇਹ ਸ਼ੇਰ ਹੈ, ਔਰ ਉਹ ਵੀ ਖੂਬ ਆਪਦਾ ਦਾਣਾ ਪੱਕਾ ਬਾਹਰ ਖੁੱਲਾ ਗਧਾ ਚਰਦਾ ਰਿਹਾ, ਮੌਜ ਬਣੀ ਰਹੀ। ਇੱਕ ਦਿਨ ਗੁਰੂ ਸਾਹਿਬ ਨੇ ਕਿਲੇ ਵਾਲਾ ਪਾਸਾ ਸੁੰਨਾ ਛੱਡ ਦਿੱਤਾ ਵੀ ਅੰਦਰ ਵੜੇਗਾ, ਔਰ ਦੂਸਰੇ ਪਾਸੇ ਦੀ ਹੋ ਕੇ ਉਸ ਨੂੰ 4-5 ਬੰਦਿਆਂ ਨੇ ਡਰਾਇਆ। ਉਹ ਕਿਲੇ ਅੰਦਰ ਆਇਆ। ਅੱਗੇ ਕਿਲੇ ਦੇ ਅੰਦਰ ਕੁਮਾਰ ਗਧਿਆਂ ਨਾਲ ਕਾਰੋਬਾਰ ਕਰਦਾ ਸੀ। ਜਦੋਂ ਉਸਨੇ ਆਪਦਾ ਭਾਈਚਾਰਾ ਦੇਖਿਆ, ਉਹ ਵੀ ਉੱਚੀ ਸੁਰ 'ਚ ਬੋਲੇ, ਉਹ ਵੀ ਬੋਲਿਆ। ਤਾਂ ਕੁਮਾਰ ਨੇ ਉਹ ਜਿਹੜਾ ਉਸ ਤੇ ਖੱਲ ਸੀ ਉਹ ਲਾਹ ਕੇ ਪਰੇ ਸਿੱਟ ਦਿੱਤੀ, ਉਹਦੇ ਉੱਪਰ ਆਪਦੀ ਛੱਟ ਲੱਦ ਲਈ। ਔਰ ਜਿਤਨੇ ਲੋਕ ਰੋਜ਼ ਗੁਰੂ ਸਾਹਿਬ ਦੇ ਕੋਲੇ ਆ ਕੇ ਵਿਸ਼ਵਾਸ ਦਿਵਾਉਂਦੇ ਸੀ ਕਿ ਜੀ ਬਾਹਰ ਤਾਂ ਸ਼ੇਰ ਹੈ, ਸਾਰੇ ਹੀ ਸ਼ਰਮਿੰਦੇ ਹੋਏ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਦੇਖੋ ਪਿਆਰਿਓ, ਇਹ ਤੁਹਾਨੂੰ ਸਮਝਾਉਣ ਵਾਸਤੇ ਦੱਸਿਆ ਹੈ ਕਿ ਗਧੇ ਦੇ ਉੱਤੇ ਬੇਸ਼ੱਕ ਤੁਸੀਂ ਸ਼ੇਰ ਦੀ ਖੱਲ ਪਾ ਦਿਓ ਤਾਂ ਉਹ ਕਦੇ ਵੀ ਨਹੀਂ ਸ਼ੇਰ ਬਣ ਸਕਦਾ। ਇਸੇ ਤਰ੍ਹਾਂ ਜੇ ਤੁਸੀਂ ਮਨ ਨਾਲ ਰੰਗੋਗੇ, ਤੁਹਾਡਾ ਕੱਪੜੇ ਰੰਗੇ ਕੀ ਕਰਨਗੇ? ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਸਾਨੂੰ ਪਿਆਰ ਨਾਲ ਕਹਿੰਦੇ ਆ, ਇਹ ਤਾਂ ਉਹ ਕਹਿੰਦੇ ਵੀ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ। ਇਹ ਤਾਂ ਦੁਨੀਆ ਹੈ, ਉਹ ਮੱਥਾ ਟੇਕਣ ਲੱਗ ਜਾਂਦੀ ਹੈ। ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੂਲੀ। ਬਾਬਾ ਜੱਲਣ ਜੱਟ ਕਹਿੰਦਾ ਹੈ, ਬੜਾ ਕਮਾਈ ਵਾਲਾ ਸੀ, ਨਸ਼ਹਿਰੇ ਵਿੱਚ ਹੋਇਆ ਕਿ ਲੋਕ ਡਰਾਵਣ ਕਾਰ ਨੇ ਤੂੰ ਭੇਖ ਬਣਾਇਆ, ਨਿਰ ਉਦਮ ਟੁਕੜਾ ਖਾਮਣਾ ਬਾਬਾ ਨਾਮ ਧਰਾਇਆ। ਕਹਿਣ ਲੱਗੇ ਆਪਣਾ ਕਮਾਉਣਾ ਛੱਡ ਗਿਆ, ਲੋਕਾਂ ਦੇ ਉੱਤੇ ਨਿਰਭਰ ਹੋ ਗਿਆ। ਜਿਨ੍ਹਾਂ ਦਾ ਹੁਣ ਖਾਧਾ ਹੈ ਉਹਨਾਂ ਦਾ ਦੇਣਾ ਪਏਗਾ। ਮਹਾਰਾਜ ਸਾਵਣ ਸਿੰਘ ਤੋਂ ਪੁੱਛਿਆ ਗਿਆ ਕਿ ਜੀ ਜਿਹੜੇ ਲੋਕ ਕਿਸੇ ਦਾ ਖਾਂਦੇ ਹੈ ਕਿ ਸੱਚਮੁੱਚ ਉਹਨਾਂ ਦਾ ਹਿਸਾਬ ਕਿਤਾਬ ਦੇਣਾ ਪਏਗਾ? ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਦੇਖੋ ਬਈ, ਉਹ ਕਰਜ਼ਾ ਜਾਂ ਊਂਠ ਬਣ ਕੇ ਲਾਓਗੇ, ਜਾਂ ਕੋਈ ਬੈਲ ਬਣ ਕੇ ਲਾਓਗੇ, ਜਾਂ ਕੁਝ ਹੋਰ ਨੌਕਰੀ ਚਾਕਰੀ ਨਾਲ ਅਗਲੇ ਜਨਮ ਤੁਹਾਨੂੰ ਦੇਣਾ ਪਏਗਾ। ਲਏ ਦਿੱਤੇ ਬਿਨ ਰਹੇ ਨਾ ਕੋਈ। ਕਬੀਰ ਸਾਹਿਬ ਕਹਿੰਦੇ ਆ, ਕਬੀਰ ਗ੍ਰੇਹੀ ਕਾ ਟੁੱਕਰ ਬੁਰਾ, 9 ਉਂਗਲ ਦਾਂਤ। ਭਜਨ ਕਰੇ ਤੇ ਉਭਰੇ, ਨਹੀਂ ਤਾਂ ਕੱਢੇ ਦਾਂਤ ਆਂਤ। ਖਾਣਾ ਤਾਂ ਕਿਸੇ ਦਾ ਬੜਾ ਸੌਖਾ ਹੈ, ਲੇਕਿਨ ਹਿਸਾਬ ਦੇਣਾ ਬੜਾ ਹੀ ਮੁਸ਼ਕਿਲ ਹੋ ਜਾਂਦਾ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਹੈ, ਇਹ ਤਾਂ ਸਿਰਫ ਪ੍ਰਭਾਵ ਬਣਾਉਣ ਵਾਸਤੇ ਹੁੰਦਾ ਹੈ। ਆਪ ਦਾ ਕਮਾਇਆ ਛੱਡ ਜਾਂਦੇ ਹੈ, ਕਮਾਉਣਾ ਛੱਡ ਜਾਂਦੇ ਹੈ, ਬਾਬਾ ਹੋਣ ਦਾ ਹੋਰ ਹੰਕਾਰ ਪੈਦਾ ਹੋ ਜਾਂਦਾ ਹੈ। ਸੰਤ ਮਹਾਤਮਾ ਤਾਂ ਇੱਕ ਨਮੂਨੇ ਦੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਆ ਕੇ ਜਿਉਂਦੇ ਹੈ। ਉਹ ਕਦੇ ਵੀ ਕਿਸੇ ਸਭਾ ਸੁਸਾਇਟੀ ਦੇ ਉੱਤੇ ਬੋਝਾ ਬਣ ਕੇ ਨਹੀਂ ਆਉਂਦੇਗੇ। ਖੁਦ 10 ਨੋਹਾਂ ਦੀ ਕਿਰਤ ਕਰਦੇ ਆ, ਆਪਦੇ ਸੇਵਕਾਂ ਨੂੰ ਵੀ ਇਹੀ ਉਪਦੇਸ਼ ਦਿੰਦੇ ਹੈ। ਸੋ ਸੰਤਾਂ ਦੀ ਹਿਸਟਰੀ ਪੜ੍ਹੀ ਤੋਂ ਪਤਾ ਲੱਗਦਾ ਹੈ, ਉਹ ਖੇਤੀ ਕਰਨ, ਦੁਕਾਨਦਾਰੀ ਕਰਨ,
ਕੋਈ ਹੋਰ ਕਾਰੋਬਾਰ ਕਰਨ। ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਤਾਣਾ ਤਣਿਆ, ਰਵਿਦਾਸ ਨੇ ਜੁੱਤੀਆਂ ਗੱਠੀਆਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਗਾਉਂ ਵਸਾ ਕੇ ਖੇਤੀਬਾੜੀ ਕੀਤੀ। ਸਾਡੇ ਸਤਿਗੁਰੂ ਮਹਾਰਾਜ ਸਾਵਣ ਸਿੰਘ ਵੀ ਸਫਲ ਕਿਸਾਨ ਸਨ, ਆਪਣੀ ਨੌਕਰੀ ਪੈਨਸ਼ਨ ਦੇ ਵਿੱਚ ਵੀ ਗੁਜ਼ਾਰਾ ਕਰਦੇ ਰਹੇ ਹੈ। ਸੋ ਇਸੇ ਤਰ੍ਹਾਂ ਮਹਾਰਾਜ ਕਿਰਪਾਲ ਸੀ, ਬੜੀ ਉਹਨਾਂ ਨੇ ਅੱਛੀ ਸਫਲ ਉੱਚੀ ਪੋਸਟ ਦੇ ਉੱਤੇ ਨੌਕਰੀ ਕੀਤੀ ਔਰ ਪੈਨਸ਼ਨ ਦੇ ਅੰਦਰ ਹੀ ਆਪਦਾ ਗੁਜ਼ਾਰਾ ਕਰਦੇ ਰਹੇ ਹੈ। ਸੋ ਸੰਤ ਮਹਾਤਮਾ ਤਾਂ ਇੱਕ ਨਮੂਨੇ ਦੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਜਿਉਣ ਵਾਸਤੇ ਆਉਂਦੇ ਹੈ ਔਰ ਆਪਦੇ ਸੇਵਕਾਂ ਨੂੰ ਵੀ ਇਹੀ ਕੁਝ ਸਮਝਾ ਕੇ ਜਾਂਦੇ ਹੈ। ਜੋ ਦਿਨ ਰਾਤ ਉਹ ਸਤਸੰਗ ਕਰਦੇ ਹੈ, ਇਹਦੇ ਅੰਦਰ ਇਹੀ ਨਮੂਨਾ ਉਹ ਪੇਸ਼ ਕਰਦੇ ਹੈ। ਸੋ ਕਹਿਣ ਦਾ ਭਾਵ ਇਹੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਛੱਡ ਦਿਓ, ਵੇਸ਼ ਛੱਡ ਦਿਓ, ਭੇਸ਼ ਛੱਡ ਦਿਓ, ਚਤਰਾਈ ਕਰਨੀ ਤੁਸੀਂ ਛੱਡ ਦਿਓ ਜੀ। ਛੋੜੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜਿਉ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ। ਆ ਪਿਆਰ ਨਾਲ ਕਹਿੰਦੇ ਹੈ, ਜੋ ਜੰਗਲਾਂ ਪਹਾੜਾਂ ਦੇ ਅੰਦਰ ਬਾਹਰ ਜਾ ਕੇ ਟਾਈਮ ਗੁਜ਼ਾਰੋਗੇ, ਦੁਨੀਆ ਦੇ ਰਸਾਂ ਕਸਾਂ ਵਿੱਚ ਲਾਓਗੇ, ਤੁਸੀਂ ਮਨ ਨੂੰ ਟਿਕਾ ਕੇ ਤੁਸੀਂ ਕਿਉਂ ਨਹੀਂ ਇਹਨੂੰ ਭਗਤੀ ਦੇ ਵਿੱਚ ਲਾ ਦਿੰਦੇ? ਇਸ ਨੂੰ ਆਪਦੇ ਅੰਦਰ ਜਾਣ ਦੀ ਆਦਤ ਕਿਉਂ ਨਹੀਂ ਮਹਾਤਮਾ ਦੀ ਸ਼ਰਨ ਲੈ ਕੇ ਤੁਸੀਂ ਸਿਖਾਉਂਦੇਗੇ ਜੀ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ। ਬਾਹਰ ਢੂੰਡਤ ਬਹੁਤ ਦੁਖ ਪਾਵੇ, ਕਰ ਅੰਮ੍ਰਿਤ ਕਟ ਮਾਹੀ ਜਿਉ। ਆਵੇ ਗੁਣ ਸੂਫੀ ਸੰਤ ਫਰੀਦ ਸਾਹਿਬ ਨੇ ਕਾਫੀ ਦੁਨੀਆ ਵਿੱਚ ਭਰਮਣ ਕੀਤਾ ਸੀਗਾ। ਕਾਫੀ ਉਹਨਾਂ ਨੇ ਕਰੜੇ ਤਪ ਅਭਿਆਸ ਸਾਹਿਬ ਦੀ ਜ਼ਿੰਦਗੀ ਵਿੱਚ ਕੀਤੇ ਸੀਗੇ। ਆਖਰ ਜਦ ਉਹਨਾਂ ਦੀ ਸੁਰਤ ਪੂਰੇ ਗੁਰੂ ਨੂੰ ਮਿਲ ਕੇ ਅੰਦਰ ਗਈ ਤਾਂ ਆਪ ਨੇ ਆਪਣੀ ਬਾਣੀ ਅੰਦਰ ਲਿਖਿਆ, ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ, ਵਸੇ ਰੱਬ ਹਿਆਲੀਆ ਜੰਗਲ ਕਿਆ ਢੂੰਡੇ। ਕਿ ਪਿਆਰਿਆ, ਜੰਗਲਾਂ ਪਹਾੜਾਂ ਚੋਂ ਕੀ ਖੱਟਿਆ? ਰੱਬ ਤਾਂ ਤੇਰੇ ਅੰਦਰ ਹੀ ਬੈਠਾ ਸੀਗਾ। ਜੇ ਪਹਿਲਾਂ ਹੀ ਪੂਰੇ ਗੁਰੂ ਨੂੰ ਮਿਲ ਕੇ ਅੰਦਰ ਤਵੱਜੋ ਦਿੱਤੀ ਹੁੰਦੀ ਤਾਂ ਤੂੰ ਕਾਮਯਾਬ ਹੋ ਜਾਂਦਾ। ਗੁਰੂ ਰਾਮਦਾਸ ਜੀ ਵੀ ਮਹਾਰਾਜ ਕਹਿੰਦੇ ਹੈ ਕਿ ਜਦ ਮੇਰੇ ਦਿਲ ਅੰਦਰ ਪਰਮਾਤਮਾ ਦੇ ਮਿਲਾਪ ਦੀ ਪੀੜਾ ਹੋਈ, ਦਰਦ ਹੋਇਆ, ਮੈਂ ਉਹਨੂੰ ਹਰ ਜਗ੍ਹਾ ਉੱਚੀਆਂ ਨੀਵਾਂ ਪਹਾੜੀਆਂ ਅੰਦਰ, ਦਰਿਆਵਾਂ ਅੰਦਰ ਉਹਦੀ ਖੋਜ ਕੀਤੀ, ਮੰਦਰਾਂ ਮਸਜਿਦਾਂ ਦੇ ਅੰਦਰ ਖੋਜ ਕੀਤੀ। ਜਦ ਮੈਂ ਗੁਰੂ ਅਮਰਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਗਿਆ, ਉਹਨਾਂ ਨੇ ਕਿਹਾ, ਪਿਆਰਿਆ, ਜਿਹੜਾ ਬਾਹਰ ਤੂੰ ਟਾਈਮ ਗੁਜ਼ਾਰਦਾ ਹੈ, ਬਿਹਤਰ ਇਹ ਹੀ ਹੈ ਜਿਸ ਪਿਆਰੇ ਦੀ ਤੈਨੂੰ ਖੋਜ ਹੈ, ਜਿਸ ਪਿਆਰੇ ਨਾਲ ਮਿਲ ਕੇ ਤੂੰ ਤ੍ਰਿਪਤ ਹੋ ਸਕਦਾ ਹੈ, ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਉਹ ਤਾਂ ਬਾਹਰ ਨਾ ਕਿਸੇ ਗ੍ਰੰਥ ਦੇ ਵਿੱਚ ਹੈ, ਨਾ ਕਿਸੇ ਪੋਥੀ ਅੰਦਰ ਹੈ, ਨਾ ਕਿਸੇ ਉਹ ਮਸਜਿਦ ਦੇ ਅੰਦਰ ਹੈ, ਉਹ ਤਾਂ ਤੇਰੇ ਅੰਦਰ ਬੈਠਾ ਹੈ। ਕਹਿੰਦੇ ਉਹ ਜਿਹੜਾ ਬਚਨ ਸੀ ਗੁਰੂ ਅਮਰਦੇਵ ਜੀ ਮਹਾਰਾਜ ਦਾ, ਮੇਰੇ ਤੀਰ ਦੀ ਤਰ੍ਹਾਂ ਲੱਗ ਗਿਆ ਵੀ ਉਹ ਜਿਸ ਦੀ ਮੈਨੂੰ ਇੰਨੀ ਤਲਾਸ਼ ਸੀ, ਮੈਂ ਬਾਹਰ ਫਿਰਦਾ ਰਿਹਾ ਕਿ ਮੇਰੇ ਉਹ ਅੰਦਰ ਹੈ। ਮੈਂ ਕਿਤਨਾ ਦੁਖੀ ਹੋਇਆ ਉਸ ਨੂੰ ਨਾ ਪਾ ਕੇ। ਸੋ ਆਪ ਕਹਿਣ ਲੱਗੇ ਕਿ ਜਦ ਮੈਂ ਫਿਰ ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰੂ ਬਚਨ ਮਨ ਤੀਰ ਲਗਈਆ। ਉਹ ਗੁਰੂ ਦਾ ਜਿਹੜਾ ਬਚਨ ਸੀ ਉਹ ਤੀਰ ਦੀ ਤਰ੍ਹਾਂ ਮੇਰੇ ਲੱਗ ਗਿਆ ਕਿ ਅੰਦਰ ਹੁੰਦੇ ਹੋਏ ਨੂੰ ਮੈਂ ਬਾਹਰ ਢੂੰਡਦਾ ਫਿਰਦਾ ਹਾਂ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਅਸੀਂ ਹੁਣ ਬਾਹਰ ਢੂੰਡਣ ਤੋਂ ਛੁੱਟ ਗਏ ਹਾਂ। ਗੁਰੂ ਨੇ ਕਿਰਪਾ ਕੀਤੀ ਹੈ, ਉਹ ਅੰਮ੍ਰਿਤ ਸਾਨੂੰ ਆਪਣੇ ਘਰ ਵਿੱਚ ਹੀ ਲੱਭ ਗਿਆ ਹੈ ਜੀ। ਬਾਹਰ ਢੂੰਡਤ ਬਹੁਤ ਦੁਖ ਪਾਵੇ, ਕਰ ਅੰਮ੍ਰਿਤ ਕਟ ਮਾਹੀ ਜਿਉ।
आवे गुण छोड़ गुणा को तावो, कर आवे गुण पछताही जियो। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਕੀ ਕਰੋ ਤੁਸੀਂ ਅਵਗੁਣ, ਅਗਰ ਗੁਨਾਹ ਹੋ ਗਏ ਹੈ ਮਾਫੀ ਮੰਗ ਲਓ ਬਈ। ਜਿੱਥੇ ਜਾਣੇ ਹੋ ਗੁਣ ਗ੍ਰਹਿਣ ਦੀ ਆਦਤ ਪਾਓ। ਹਰ ਜਗ੍ਹਾ ਹੀ ਕੋਈ ਨਾ ਕੋਈ ਗੁਣ ਮਿਲ ਜਾਂਦਾ ਹੈ। ਇਹ ਦ੍ਰਿਸ਼ਟੀ ਸੰਤਾਂ ਮਹਾਤਮਾ ਦੀ ਹੁੰਦੀ ਹੈ, ਜਿੱਥੇ ਜਾਣਾ ਉੱਥੇ ਕੋਈ ਨਾ ਕੋਈ ਗੁਣ ਪ੍ਰਾਪਤ ਕਰਨਾ। ਲੇਕਿਨ ਸਾਡੀ ਕੀ ਆਦਤ ਹੈ, ਉੱਥੋਂ ਕੋਈ ਨਾ ਕੋਈ ਅਸੀਂ ਔਗੁਣ ਢੂੰਡਾਂਗੇ, ਕੋਈ ਨਾ ਕੋਈ ਕਮੀ ਢੂੰਡਾਂਗੇ। ਹਾਲਾਂਕਿ ਆਪੋ ਆਪਣਾ ਸਾਡਾ ਬਰਤਨ ਹੁੰਦਾ ਹੈ। ਸੋ ਇਸ ਵਾਸਤੇ ਜੈਸੀ ਵੀ ਸਾਡੀ ਅੱਖ ਉੱਤੇ ਐਨਕ ਲਾਈ ਹੈ, ਵੈਸੇ ਹੀ ਸਾਨੂੰ ਅੱਗੇ ਨਜ਼ਰ ਆਉਂਦੇ ਹੈ, ਉਸੇ ਹੀ ਰੰਗ ਦੇ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿਹੜੀਆਂ ਚੀਜ਼ਾਂ ਸਾਡੇ ਅੰਦਰ ਰੁਕਾਵਟ ਬਣਦੀਆਂ ਹਨ। ਅਵਗੁਣਾਂ ਨੂੰ ਛੱਡ ਦਿਓ, ਗੁਣ ਗ੍ਰਹਿਣ ਦੀ ਆਦਤ ਪਾਓ। ਅਗਰ ਕੋਈ ਐਬ ਪਾਪ ਹੈ ਤੁਸੀਂ ਤੋਬਾ ਕਰ ਲਓ, ਮਾਫੀ ਮੰਗ ਲਓ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ, ਜੋ ਆਦਮੀ ਐਬ ਕਰਕੇ ਮੰਨ ਹੀ ਨਹੀਂ ਰਿਹਾ, ਇੱਕ ਝੂਠ ਨੂੰ ਛੁਪਾਉਣ ਦੀ ਖਾਤਰ 200 ਝੂਠ ਹੋਰ ਬੋਲਦਾ ਹੈ, ਇੱਕ ਗਲਤ ਗੱਲ ਨੂੰ ਸਾਬਤ ਕਰਨ ਵਾਸਤੇ ਕਿੰਨਾ ਕਿੰਨਾ ਲੋਕ ਹੋਰ ਝੂਠ ਬੋਲ ਜਾਂਦੇ ਆ, ਕਿੰਨੇ ਕਿੰਨੇ ਸਬੂਤ ਪੇਸ਼ ਕਰਦੇ ਹੈ। ਤੋ ਜੇ ਅਸੀਂ ਪਹਿਲਾਂ ਹੀ ਗਲਤੀ ਮੰਨ ਲਈਏ ਕਿ ਜੀ ਹੋ ਗਈ ਹੈ, ਸੋ ਇਸ ਵਾਸਤੇ ਉਹ ਮਾਫੀ ਦੇਣ ਵਾਸਤੇ ਤਾਂ ਪਰਮਾਤਮਾ ਸਾਡੇ ਅੰਦਰ ਹੀ ਬੈਠਾ ਹੈ, ਉਹਨੇ ਬਾਹਰੋਂ ਨਹੀਂ ਆਉਣਾਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਤੁਸੀਂ ਕੀ ਕਰੋ ਬਈ, ਅਵਗੁਣਾਂ ਨੂੰ ਛੱਡ ਦਿਓ, ਗੁਣ ਗ੍ਰਹਿਣ ਦੀ ਆਦਤ ਪਾਓ ਜੀ। ਆਵੇ ਗੁਣ ਛੋੜ ਗੁਣਾ ਕੋ ਤਾਵੋ, ਕਰ ਆਵੇ ਗੁਣ ਪਛਤਾਹੀ ਜਿਉ। ਸਾਰੇ ਆਪ ਸਾਰੇ ਕੀ ਸਾਰ ਨਾ ਜਾਣੇ, ਫਿਰ ਕੀਚ ਬੁਢਾਈ ਜਿਉ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਿਆ ਛੁਪਾਵਾ। ਅਸੀਂ ਸੋਚਦੇ ਸਾਨੂੰ ਕਿਹੜਾ ਕੋਈ ਦੇਖ ਰਿਹਾ ਹੈ, ਦੇਖਣ ਵਾਲਾ ਅਸੀਂ ਸੋਚਦੇ ਮਗਰੋਂ ਹੈ, ਉਹ ਪਹਿਲਾਂ ਦੇਖ ਲੈਂਦਾ ਹੈ। ਉਹ ਸਾਡੇ ਹਰ ਹਰਕਤ ਨੂੰ ਦੇਖਦਾ ਹੈ। ਸਰ ਅਫਸਰ ਕੀ ਸਾਰ ਨਾ ਜਾਣੇ, ਫਿਰ ਆਪ ਕਹਿਣ ਲੱਗੇ ਆ ਤੁਸੀਂ ਉਸ ਪਰਮਾਤਮਾ ਨੂੰ ਨਹੀਂ ਸਮਝਦੇ ਕਿ ਸਾਨੂੰ ਦੇਖ ਰਿਹਾ ਹੈ। ਫਿਰ ਤੁਸੀਂ ਵਿਸ਼ੇ ਵਿਕਾਰਾਂ ਵਿੱਚ ਲਿਬੜਦੇ ਹੋ, ਚੁਗਲੀ ਨਿੰਦਿਆ ਨਾਲ ਲਿਬੜਦੇ ਹੋ, ਦੁਨੀਆ ਦੀ ਮੈਲ ਧੋ ਧੋ ਕੇ ਲਿਬੜੀ ਜਾਂਦੇ ਹੋ, ਬਜਾਏ ਮੈਲ ਲਾਉਣ ਦੀ ਹੋਰ ਮੈਲ ਲਾਈ ਜਾਂਦੇ ਹੋ ਜੀ। ਸਾਰੇ ਆਪ ਸਾਰੇ ਕੀ ਸਾਰ ਨਾ ਜਾਣੇ, ਫਿਰ ਕੀਚ ਬੁਢਾਹੀ ਜਿਉ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜਿਉ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦਰ ਕਾਹ ਦੀਆਂ ਮੈਲਾਂ ਵੀ ਲੋਭ ਦੀ ਮੈਲ ਹੈ। ਲੋਭੀ ਆਦਮੀ ਮਾਸ ਦੇ ਲੋਥੜੇ ਤੋਂ ਵੱਧ ਨਹੀਂ ਹੁੰਦਾਗਾ। ਉਹ ਆਪਣੇ ਹੱਕ ਤੇ ਖੜਦਾ ਹੀ ਨੀਗਾ, ਸਬਰ ਹੀ ਨਹੀਂ ਹੁੰਦੀਗੀ ਕਿ ਇਸੇ ਬੰਦੇ ਦਾ ਗੁਰੂ ਨਾਨਕ ਕਹਿੰਦੇ ਭੁੱਲ ਕੇ ਵੀ ਵਸਾ ਨਾ ਕਰੋ। ਲੋਭੀ ਦਾ ਵਸਾ ਨਾ ਕੀਜੀ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੋਏ, ਜਿੱਥੇ ਹੱਥ ਨਾ ਪਾਏ। ਸੋ ਇਸ ਵਾਸਤੇ ਆਪ ਕਹਿਣ ਲੱਗੇ ਅੰਦਰ ਤਾਂ ਸਾਡਾ ਮੈਲਾ ਹੋਇਆ ਪਿਆ ਹੈ, ਕਾਮ ਨਾਲ ਮੈਲ ਲੱਗੀ ਹੈ, ਕ੍ਰੋਧ ਦੀ ਮੈਲ ਲੱਗੀ ਹੈ, ਲੋਭ ਦੀ ਲੱਗੀ ਹੋਈ ਹੈ। ਲੇਕਿਨ ਅਸੀਂ ਲੋਕ ਇਤਨੀ ਭੁੱਲ ਅੰਦਰ ਪਏ हैं, ਇਤਨੇ ਹੀ ਅਜੀਬ ਤਰੀਕੇ ਅਸੀਂ ਅਖਤਿਆਰ ਕਰ ਲੈਂਦੇ हैं। ਉਸ ਮੈਲ ਨੂੰ ਲਾਉਣ ਵਾਸਤੇ ਅਸੀਂ ਬਾਹਰ ਤੀਰਥਾਂ ਤੇ ਜਾ ਕੇ, ਪਾਣੀਆਂ ਦਰਿਆਵਾਂ ਦੇ ਉੱਤੇ ਜਾ ਕੇ ਅਸੀਂ ਪਾਣੀ ਨਾਲ ਧੋ ਕੇ ਉਸ ਮੈਲ ਨੂੰ ਲਾਉਂਦੇ ਹਾਂ। ਮੈਲ ਅੰਦਰ ਹੈ, ਉਹਦੇ ਲਾਉਣ ਦਾ ਤਰੀਕਾ ਅਸੀਂ ਬਾਹਰ ਅਪਣਾਉਂਦੇ ਹਾਂ। ਆਪਾਂ ਦੇਖ ਸਕਦੇ ਹਾਂ ਕਿ ਅਗਰ ਆਪਣਾ ਆਹ ਮਕਾਨ ਜਿਸ ਵਿੱਚ ਆਪਾਂ ਸਤਸੰਗ ਕਰਦੇ ਹਾਂ ਇਹ ਕੂੜੇ ਕਿਟਕ ਦਾ ਭਰਿਆ ਹੋਵੇ, ਬਾਹਰ ਜਿਤਨਾ ਮਰਜੀ ਆਪਾਂ ਝਾੜੂ ਨਿਕਾਲ ਲਈਏ, ਜਿਤਨਾ ਮਰਜੀ ਆਪਾਂ ਇਹਨੂੰ ਸਫੈਦੀ ਬਾਹਰੋਂ ਕਰ ਲਈਏ, ਅੰਦਰਲਾ ਜਿਹੜਾ ਕੂੜਾ ਕਿਟਕਟ ਹੈ ਉਹ ਬਾਹਰੋਂ ਝਾੜੂ ਨਾਲ ਕਿਸ ਤਰ੍ਹਾਂ ਨਿਕਲ ਸਕਦਾ ਹੈ?
तो गुरु नानक देव जी महाराज कहते पाप करे पंचा के वसरे, तीर्थ नाए कहे सब उतरे, बहुर कमावा होए न संक, जम पर बाद खड़े कलंक। ਅਸੀਂ ਪਾਪ ਤਾਂ ਕਰਦੇ ਹਾਂ, ਮਨ ਦੇ ਕਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਆਖੇ, ਲੇਕਿਨ ਤੀਰਥ ਨਾ ਕੇ ਮਨ ਸਾਡਾ ਜ਼ਰੂਰ ਕਹਿ ਲੈਂਦਾ ਹੈ ਕਿ ਉਤਰ ਗਏ ਹੈ। ਫੇਰ ਆ ਕੇ ਕਹਿੰਦੇ ਆ ਪਿਛਲੇ ਤਾਂ ਲਾ ਲਿਆ, ਹੁਣ ਅਸੀਂ ਗਾਹਾਂ ਨੂੰ ਫੇਰ ਅਸੀਂ ਛੱਡ ਜਾਈਏ। ਸੋ ਇਸ ਵਾਸਤੇ ਆਪ ਕਹਿਣ ਲੱਗੇ ਕਿ ਦੇਖੋ ਪਿਆਰਿਓ, ਜੇ ਤੁਸੀਂ ਇਸ਼ਨਾਨ ਕਰਨ 'ਚ ਹੀ ਮੁਕਤੀ ਸਮਝਦੇ ਹੋ ਤਾਂ ਸੱਚੇ ਤੋਂ ਸੱਚਾ ਜਿਹੜਾ ਇਸ਼ਨਾਨ ਹੈ, ਅੰਮ੍ਰਿਤ ਦਾ ਜਿਹੜਾ ਸਰੋਵਰ ਹੈ, ਜਿੱਥੇ ਜਾ ਕੇ ਸਾਡੀ ਆਤਮਾ ਦੇ ਸਾਰੇ ਪਾਪ ਲੈਂਦੇ ਹੈ, ਤੁਸੀਂ ਉਹ ਜਗ੍ਹਾ ਪਹੁੰਚੋਗਾ। ਸਾਡੀ ਆਤਮਾ ਉੱਪਰ ਪਹਿਲਾਂ ਸਥੂਲ ਪੜਦਾ ਹੈ, ਇਸ ਦੇ ਅੰਦਰ ਸੂਖਸ਼ਮ ਹੈ, ਇਹਦੇ ਅੰਦਰ ਕਾਰਨ ਹੈ। ਜਦ ਅਸੀਂ ਤਿੰਨੇ ਪੜਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਹਾਂ, ਜਿਸ ਨੂੰ ਕਿਸੇ ਸੰਤ ਨੇ ਪਾਰ ਬ੍ਰਹਮ ਕਿਹਾ, ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤਸਰ ਕਿਹਾ ਹੈ। ਸੱਚਾ ਅੰਮ੍ਰਿਤਸਰ ਕਾਇਆ ਮਾਹੇ ਮਨ ਪੀਵੈ ਪਾਏ ਸੋ ਪਾਈ ਹੈ। ਕਹਿਣ ਲੱਗੇ ਜਿਸ ਅੰਮ੍ਰਿਤਸਰ ਦੇ ਵਿੱਚ ਨਹਾ ਕੇ ਤੁਹਾਡੇ ਪਾਪ ਲੈਣੇ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਹੈ, ਦੇਹ ਔਰ ਵਜੂਦ ਦੇ ਅੰਦਰ ਹੈ। ਸੋ ਇਸ ਵਾਸਤੇ ਆਪ ਕਹਿਣ ਲੱਗੇ ਜੇ ਤੁਸੀਂ ਇਸ਼ਨਾਨ ਨਾਲ ਮੈਲ ਲਾਉਣੀ ਹੈ ਤਾਂ ਤੁਸੀਂ ਉਹ ਸਰੋਵਰ ਦੇ ਵਿੱਚ ਨਹਾਓ ਜਾ ਕੇ, ਜਿੱਥੇ ਜਾ ਕੇ ਕਾਂ ਤੋਂ ਹੰਸ ਬਣਦੇ ਹੈ। ਹੰਸ ਤੋਂ ਮਤਲਬ ਮਨਮੁਖ ਦੀ ਹੈ, ਔਰ ਹੰਸ ਦਾ ਮਤਲਬ ਗੁਰਮੁਖ ਹੈ, ਔਰ ਕਾਂ ਤੋਂ ਮੁਰਾਦ ਹੈ ਮਨਮੁਖ। ਅਸੀਂ ਉਸ ਅੰਮ੍ਰਿਤਸਰ ਦੇ ਵਿੱਚ ਭੋਗੀ ਲੋਕ ਜਾਂਦੇ ਹਾਂ ਔਰ ਗੁਰਮੁਖ ਬਣ ਕੇ ਨਿਕਲੇ ਆਉਂਦੇ, ਹੰਸ ਬਣ ਕੇ ਨਿਕਲੇ ਆਉਂਦੇ हैं। ਔਰ ਇਹੀ ਹਾਲਤ ਹੈ ਕਿ ਜਦ ਅਸੀਂ ਸ਼ਰਾਬੀ ਕਬਾਬੀ ਭੋਗੀ ਲੋਕ ਉੱਥੇ ਪਹੁੰਚਦੇ ਹਾਂ ਔਰ ਅਸੀਂ ਗੁਰਮੁਖ ਬਣ ਜਾਂਦੇ ਹਾਂ। ਸੋ ਬਾਹਰ ਕਿਸੇ ਪਾਣੀ ਨੂੰ ਇਹ ਤਾਕਤ ਨਹੀਂ ਕਿ ਕਾਲੇ ਕਾਂ ਤੋਂ ਚਿੱਟਾ ਬਣ ਜਾਵੇ। ਜੇ ਪਹਿਲਾਂ ਬਣਦੇ ਸਨ, ਅੱਜ ਵੀ ਬਣ ਜਾਣੇ ਚਾਹੀਦੇ ਹਨ। ਸੋ ਇਸ ਵਾਸਤੇ ਇਹ ਤਾਂ ਸਾਡੇ ਇੱਕ ਮਨ ਦੇ ਆਪਦੇ ਭੁਲੇਖੇ ਪਾਏ ਹੋਏ ਆ। ਕਹਾਣੀਆਂ ਜ਼ਰੂਰ ਜੋੜ ਲੈਂਦੇ ਅਸੀਂ ਕਿ ਉਸ ਜਗ੍ਹਾ ਇਹ ਕੁਛ ਹੋਇਆ। ਸੋ ਪਿਆਰਿਓ, ਬੜੇ ਪਿਆਰ ਨਾਲ ਠੰਡੇ ਦਿਲ ਨਾਲ ਸੋਚਣ ਦੀ ਲੋੜ ਹੈ। ਗੁਰੂ ਸਾਹਿਬ ਕਹਿੰਦੇ ਆ ਅੰਤਰ ਮੈਲ ਲੋਭ ਹੋ ਝੂਠੇ ਬਾਹਰ ਨਾ। ਤੇ ਅਸੀਂ ਬਾਹਰ ਨਹਾ ਕੇ ਕਿਸ ਤਰ੍ਹਾਂ ਉਹਨੂੰ ਅਸੀਂ ਸਾਫ਼ ਕਰ ਸਕਦੇ ਹਾਂ। ਮੈਂ ਹਰਿਦੁਆਰ ਦੀ ਕਹਾਣੀ ਦੱਸਦਾ ਹੁੰਦਾ। ਮੈਂ ਹਰਿਦੁਆਰ ਗਿਆ, ਮੇਰੇ ਪਿੰਡ ਦਾ ਇੱਕ ਜਾਟ ਪ੍ਰੇਮੀ ਸੀਗਾ, ਉਹ ਵੀ ਗਿਆ। ਉਹ ਦੁਕਾਨ ਕਰਦਾ ਹੁੰਦਾ ਸੀਗਾ, ਉਹ ਕਿਤੇ ਪਹਿਲਾਂ ਵੀ ਜਾ ਕੇ ਆਇਆ ਸੀਗਾ। ਮੈਨੂੰ ਕਹਿਣ ਲੱਗਿਆ ਮੈਂ ਇੱਥੇ ਪਹਿਲਾਂ ਆਇਆ ਸੀ, ਉਹਦੇ ਕੇਲਾ ਛੱਡ ਗਿਆ ਸੀਗਾ। ਮੈਂ ਹੁਣ ਸੋਚਦਾ ਮੈਂ ਕੀ ਛੱਡਾਂ। ਮੇਰਾ ਖਿਆਲ ਹੈ ਕਿ ਮੈਂ ਬੈਂਗਣ ਖਾਣਾ ਛੱਡ ਦੇਵਾਂ। ਮੈਂ ਉਹਨੂੰ ਕਿਹਾ ਪਿਆਰਿਆ, ਨਾ ਤਾਂ ਕੋਈ ਕੇਲੇ ਨੇ ਤੇਰਾ ਵਿਗਾੜਿਆ ਹੈ, ਨਾ ਕੋਈ ਤੇਰਾ ਬੈਂਗਣੀ ਵਿਗਾੜਦਾ ਹੈ, ਤੂੰ ਘੱਟ ਤੋਲਣਾ ਛੱਡ ਦੇ। ਤੇਰਾ ਇਹਨੇ 'ਚ ਫਾਇਦਾ ਹੋਏਗਾ ਅਗਰ ਜੇ ਤੀਰਥ ਤੇ ਤੂੰ ਛੱਡਣਾ ਹੀ ਚਾਹੁੰਦਾ ਹੈ। ਉਹ ਕਹਿੰਦਾ ਇਹ ਤਾਂ ਮੈਂ ਕਰ ਨਹੀਂ ਸਕਦਾ। ਸੋ ਇਸ ਵਾਸਤੇ ਪਿਆਰਿਓ, ਬੜੇ ਠੰਡੇ ਦਿਲ ਦੀ ਗੱਲ ਹੈ ਕਿ ਅਸੀਂ ਉਹ ਪਾਪ ਜਿਹੜੇ ਹੈ ਉਹ ਬਾਹਰ ਪਾਣੀਆਂ ਦੇ ਨਾਲ ਅਸੀਂ ਲਾਉਨੇ ਆ। ਗੁਰੂ ਸਾਹਿਬ ਕਹਿੰਦੇ ਹੈ ਕਿ ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਿਆਂ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵਾਂ ਕੇ ਰੰਗ। ਅਸੀਂ ਹਰ ਆਦਮੀ ਜਪਜੀ ਸਾਹਿਬ ਪੜ੍ਹਦੇ ਹਾਂ, ਜਪਜੀ ਸਾਹਿਬ ਤੇ ਜ਼ੋਰ ਵੀ ਦਿੰਦੇ ਹਾਂ, ਲੇਕਿਨ ਅਸੀਂ ਕਦੇ ਇਹ ਠੰਡੇ ਦਿਲ ਨਾਲ ਨਹੀਂ ਵਿਸਾਰਦੇ ਗਏ ਕਿ ਗੁਰੂ ਸਾਹਿਬ ਇਹ ਕੀ ਕਹਿ ਰਹੇ ਹੈ। ਅਗਰ ਤੁਹਾਡੇ ਹੱਥ ਪੈਰ ਲਿਬੜ ਜਾਂਦੇ ਹੈ, ਤੁਸੀਂ ਪਾਣੀ ਨਾਲ ਸਾਫ਼ ਕਰ ਸਕਦੇ ਹੋ। ਇਸ ਤੇ ਵੀ ਗਹਿਰੀ ਕੋਈ ਮੈਲ ਲੱਗ ਜਾਂਦੀ ਹੈ, ਤੁਸੀਂ ਸਾਬਣ ਨਾਲ ਠੀਕ ਕਰ ਸਕਦੇ ਹੋ, ਸਾਫ਼ ਕਰ ਸਕਦੇ ਹੋ। ਅਗਰ ਤੁਹਾਡੀ ਅੰਦਰ ਜਿਹੜੀ ਮਤ ਹੈ, ਆਤਮਾ ਹੈ, ਉਹ ਲਿਬੜ ਜਾਂਦੀ ਹੈ, ਭੋਗਾਂ ਦੇ ਨਾਲ ਉਹ ਮੈਲੀ ਹੋ ਜਾਂਦੀ ਹੈ, ਤੁਸੀਂ ਨਾਮ ਦਾ ਸਾਬਣ ਲਾ ਕੇ ਉਸ ਨੂੰ ਸਾਫ਼ ਕਰ ਸਕਦੇ ਹੋ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਹੀ ਸਮਾਜ ਅਸੀਂ ਮੁਕਤੀ ਜ਼ਰੂਰ ਨਾਮ ਤੋਂ ਮੰਨਦੇ ਹਾਂ ਕਿ ਨਾਮ ਬਗੈਰ ਮੁਕਤੀ ਨਹੀਂ, ਲੇਕਿਨ ਅਸੀਂ ਕਦੇ ਵੀ ਠੰਡੇ ਦਿਲ ਨਾਲ ਇਹ ਸੋਚਣ ਦੀ ਖੇਚਲੀ ਨਹੀਂ ਕੀਤੀ ਕਿ ਕੀ ਉਹ ਨਾਮ ਜਿਹੜਾ ਹੈ ਹਿੰਦੀ 'ਚ ਲਿਖਿਆ ਜਾਂਦਾ ਹੈ ਜਾਂ ਅਰਬੀ 'ਚ ਲਿਖਿਆ ਜਾਂਦਾ ਹੈ ਜਾਂ ਪੰਜਾਬੀ ਜਾਂ ਕਿਸੇ ਇੰਗਲਿਸ਼ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ। ਸੋ ਸੰਤ ਕਹਿੰਦੇ ਆ ਨਹੀਂ ਪਿਆਰਿਓ, ਅਗਰ ਕਿਸੇ ਇੱਕ ਭਾਸ਼ਾ ਵਿੱਚ ਲਿਖਿਆ ਜਾਣ ਵਾਲਾ ਇਹ ਹੁੰਦਾ ਤਾਂ ਜਿਹੜੇ ਲੋਕ ਉਹ ਭਾਸ਼ਾ ਨੂੰ ਨਹੀਂ ਜਾਣਦੇਗੇ ਉਹਨਾਂ ਨਾਲ ਵੀ ਪ੍ਰਮਾਤਮਾ ਨੇ ਬੇਇਨਸਾਫੀ ਕੀਤੀ ਸੀ। ਲੇਕਿਨ ਪਲਟੂ ਸਾਹਿਬ ਕਹਿੰਦੇ ਜੇ ਕੋਈ ਚਾਹੇ ਨਾਮ तो नाम अनाम है, पढ़न लिखन में ना है बेने अक्षर काम है, रूप कहो अनरूप पवन अनरेखते, हारे पलटू गैब देश से संत नाम वो पेखते। वो बिना लिखिया कानून है, बिना बोली भाषा है। जिन्हों का अनुभव खुल जाता है ਉਹੀ महात्मा उस नाम देखते हैं, जुड़ जाते हैं
ਔਰ ਜਿਹੜਾ ਉਹਨਾਂ ਦੀ ਸੁਭਤ ਦੇ ਵਿੱਚ ਜਾਂਦਾ ਹੈ ਉਸ ਨੂੰ ਵੀ ਉਹ ਜੋੜ ਦਿੰਦੇ ਹੈ, ਉਸ ਨੂੰ ਵੀ ਅਨੁਭਵ ਕਰਾਉਂਦੇ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਅੰਤਰ ਮੈਲ ਲੋਭ ਕਿ ਇਹ ਮੈਲ ਨੂੰ ਜੇ ਤੁਸੀਂ ਲਾਉਣਾ ਹੈ, ਇਹ ਵੀ ਅਸੀਂ ਕਾਹਦੇ ਨਾਲ, ਨਾਮ ਦੇ ਨਾਲ ਲਾ ਸਕਦੇ ਹਾਂ, ਸ਼ਬਦ ਦੇ ਨਾਲ ਲਾ ਸਕਦੇ ਹਾਂ ਜੀ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜਿਉ। ਨਿਰਮਲ ਨਾਮ ਜਪੋ ਸਾਦੇ ਗੁਰਮੁਖ, ਅੰਤਰ ਕੀ ਗਤ ਤਾਹੀ ਜਿਉ। ਉਹ ਕਹਿੰਦੇ ਨਾਮ ਜਿਹੜਾ ਹੈ ਉਹ ਨਿਰਮਲ ਹੈ, ਪਿਓਰ ਹੈ, ਪਵਿੱਤਰ ਹੈ। ਔਰ ਅਗਰ ਜੇ ਤੁਸੀਂ ਆਪਦੀ ਮੁਕਤੀ ਚਾਹੁੰਦੇ ਹੋ, ਪਾਪਾਂ ਦੀ ਮੈਲ ਲਾਉਣਾ ਚਾਹੁੰਦੇ ਹੋ, ਤੁਸੀਂ ਉਹ ਨਿਰਮਲ ਨਾਮ ਦੇ ਨਾਲ ਜੁੜੋ, ਤੁਸੀਂ ਵੀ ਨਿਰਮਲ ਹੋ ਜਾਓਗੇ। ਕਬੀਰ ਸਾਹਿਬ ਕਹਿੰਦੇ ਹੈ ਕਿ ਜਦ ਮੇਰੇ ਹਿਰਦੇ ਵਿੱਚ ਨਾਮ ਵਸ ਗਿਆ, ਉਹਨੇ ਪਾਪਾਂ ਦਾ ਇਸ ਤਰ੍ਹਾਂ ਨਾਸ਼ ਕਰ ਦਿੱਤਾ ਜਿਸ ਤਰ੍ਹਾਂ ਬਹੁਤ ਸਾਰਾ ਲੱਕੜੀਆਂ ਦਾ ਢੇਰ ਹੁੰਦਾ ਹੈ, ਇੱਕ ਚਿੰਗਿਆੜੀ ਅੱਗ ਦੀ ਲਾ ਦਈਏ ਉਹ ਸਾਰਿਆਂ ਨੂੰ ਰਾਖ ਕਰ ਦਿੰਦੀ ਹੈ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਮਾਹਾ ਉਗਰ ਪਾਪ ਸਾਖਤ ਨਰ ਕੀਨੇ ਮੇਰੇ ਸਾਧੂ ਲੂਕੀ ਦੀਜੈ। ਉਹ ਕਹਿਣ ਲੱਗੇ ਕਿ ਬੇਸ਼ੱਕ ਅਸੀਂ ਕਿੰਨੇ ਵੀ ਪਾਪ ਕਿਉਂ ਨਾ ਕਰ ਲਏ ਹੈ, ਸੰਤ ਇਹ ਨਹੀਂ ਕਹਿੰਦੇ ਕਿ ਸਾਡੇ ਪਾਸ ਪੁੰਨੀ ਆਓ, ਉਹ ਕਹਿੰਦੇ ਕੈਸਾ ਵੀ ਆਏ ਇਨਸਾਨ ਹੋਵੇ। ਸੰਤਾਂ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਕਿ ਪਾਪਾਂ ਦੀ ਦਲਦਲ ਦੇ ਥੱਲੇ ਸ਼ੁੱਧ ਆਤਮਾ ਵੀ ਹੈ। ਜਿਸ ਤਰ੍ਹਾਂ ਤੇਲੀ ਦੇ ਕੱਪੜੇ, ਹਲਵਾਈ ਦੇ ਕੱਪੜੇ ਧੋਬੀ ਲੈਣੋਂ ਇਨਕਾਰ ਨਹੀਂ ਕਰਦਾ, ਉਹਦਾ ਆਪਣੇ ਕਰਤੱਵ ਦੇ ਉੱਤੇ ਮਾਣ ਹੁੰਦਾ ਹੈ ਕਿ ਮੈਂ ਇਹਨਾਂ ਕੱਪੜਿਆਂ 'ਚ ਸਫੈਦੀ ਕੱਢ ਲਊਂਗਾ। ਇਸੇ ਤਰ੍ਹਾਂ ਸਤਿਗੁਰਾਂ ਨੂੰ ਆਪਦੇ ਨਾਮ ਦੇ ਉੱਤੇ, ਗੁਰੂ ਦੇ ਉੱਪਰ ਭਰੋਸਾ ਹੁੰਦਾ ਹੈ ਕਿ ਨਾਮ ਮੈਲ ਨਹੀਂ ਰਹਿਣ ਦਿੰਦਾ, ਪਾਪ ਨਹੀਂ ਰਹਿਣ ਦਿੰਦਾਗਾ, ਇਹ ਤਾਂ ਪਿਓਰ ਹੈ, ਪਵਿੱਤਰ ਹੈ। ਜੋ ਵੀ ਜੁੜਨਗੇ ਉਹ ਵੀ ਪਿਓਰ ਔਰ ਪਵਿੱਤਰ ਹੋ ਜਾਣਗੇ ਜੀ। ਨਿਰਮਲ ਨਾਮ ਜਪੋ ਸਾਦੇ ਗੁਰਮੁਖ, ਅੰਤਰ ਕੀ ਗਤ ਤਾਹੀ ਜਿਉ। ਪਾਰੇ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜਿਉ। ਕੀ ਛੱਡ ਦਿਓ ਤੁਸੀਂ? ਪਰਾਈ ਨਿੰਦਿਆ ਛੱਡ ਦਿਓ, ਲੋਭ ਛੱਡ ਦਿਓ। ਨਿੰਦਿਆ ਜਿਹੜੀ ਕਿਸੇ ਦੀ ਕਰਨੀ ਹੈ ਇਹ ਬੇਲੱਜਤ ਗੁਨਾਹ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਹਰ ਇੰਦਰੀ ਚੋਂ ਕੋਈ ਨਾ ਕੋਈ ਰਸ ਪ੍ਰਾਪਤ ਹੁੰਦਾ ਹੈ, ਲੇਕਿਨ ਨਿੰਦਿਆ ਇੰਦਰੀ ਚੋਂ ਕੋਈ ਰਸ ਪ੍ਰਾਪਤ ਨਹੀਂ ਹੁੰਦਾਗਾ, ਜਿਹੜੀ ਕਿ ਸਾਨੂੰ ਸਭ ਨੂੰ ਚਿੰਬੜੀ ਹੋਈ ਹੁੰਦੀ ਹੈ। ਸੰਤ ਮਹਾਤਮਾ ਮੈਂ ਦੱਸਦਾ ਹੁੰਦਾ ਹੈ, ਨਾ ਕਿਸੇ ਦੀ ਨਿੰਦਿਆ ਕਰਨ, ਨਾ ਆਪਦੇ ਸੇਵਕਾਂ ਨੂੰ ਇਜਾਜ਼ਤ ਹੀ ਦੇਣ ਵੀ ਕਿਸੇ ਦੀ ਤੁਸੀਂ ਨਿੰਦਿਆ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਿੰਦਿਆ ਭਲੀ ਕਾਹੂ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਨਿੰਦਿਆ ਜਿਹੜੀ ਹੈ ਉਹ ਸਾਡੇ ਭਜਨ ਸਿਮਰਨ ਦਾ ਬਹੁਤ ਵੱਡਾ ਨੁਕਸਾਨ ਕਰਦੀ ਹੈ। ਅਗਰ ਕੋਈ ਬੇਲੱਜਤ ਗੁਨਾਹ ਹੈ ਤਾਂ ਉਹ ਨਿੰਦਿਆ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਜੇ ਤੁਸੀਂ ਤਰੱਕੀ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ, ਇਹ ਚੀਜ਼ਾਂ ਨੂੰ ਤੁਸੀਂ ਛੱਡ ਦਿਓ। ਝੂਠ ਬੋਲਣਾ ਛੱਡ ਦਿਓ, ਨਿੰਦਿਆ ਕਰਨੀ ਛੱਡ ਦਿਓ ਜੀ। ਪਾਰੇ ਹਰੇ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜਿਉ। ਜਿਉ ਪਾਵੇ ਤਿਉ ਰਾਖੋ ਹਰ ਜਿਉ, ਜਨ ਨਾਨਕ ਸ਼ਬਦ ਸਲਾਹੀ ਜਿਉ। ਆਪ ਪਰਮਾਤਮਾ ਦੇ ਅੱਗੇ ਆ ਕੇ ਇਹੀ ਅਰਦਾਸ ਕਰਦੇ ਹੈ ਕਿ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹੈ। ਹੁਣ ਜਿਵੇਂ ਤੈਨੂੰ ਪਾਉਂਦਾ ਹੈ ਭਗਤੀ ਕਰਾ ਲੈ, ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਤੂੰ ਕਰਾ ਲੈ ਹੈ। ਤੋ ਕਬੀਰ ਸਾਹਿਬ ਵੀ ਕਹਿੰਦੇ ਆ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜੇ ਤਿਸ ਭਾਵੈ ਤੇ ਹੁਕਮ ਮਨਾਵੈ, ਇਸ ਬੇੜੇ ਨੂੰ ਪਾਰ ਨਗਾਵੈ। ਸੋ ਇਸ ਵਾਸਤੇ
ਆਪ ਪਿਆਰ ਨਾਲ ਕਹਿੰਦੇ ਹੈ ਕਿ ਹੇ ਪ੍ਰਭੂ ਤੈਨੂੰ ਜਿਵੇਂ ਵੀ ਪਾਉਂਦਾ ਹੈ ਤੂੰ ਸਾਨੂੰ ਉਵੇਂ ਰੱਖ। ਇਹੀ ਅਰਦਾਸ ਹੈ ਕਿ ਤੂੰ ਸਾਨੂੰ ਆਪਦੀ ਭਗਤੀ ਦਾ ਦਾਨ ਬਖਸ਼, ਭਗਤੀ ਬਖਸ਼। ਸੋ ਸਾਨੂੰ ਵੀ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਇਨਸਾਨ ਦਾ ਜਾਮਾ ਬੜਾ ਕੀਮਤੀ ਹੈ। ਇਹਦੇ ਵਿੱਚ ਤੁਸੀਂ ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ। ਅਗਰ ਇਹ ਫਾਇਦਾ ਨਹੀਂ ਉਠਾਉਂਦੇਗੇ, ਪਤਾ ਨਹੀਂ ਅਸੀਂ ਫੇਰ ਪ੍ਰਮਾਤਮਾ ਸਾਨੂੰ ਇਹ ਮੌਕਾ ਦੇਵੇ ਜਾਂ ਨਾ ਦੇਵੇ। ਤੋ ਆਪ ਕਹਿਣ ਲੱਗੇ ਵੇਸ਼ ਛੱਡ ਦਿਓ, ਚਤਰਾਈ ਛੱਡ ਦਿਓ, ਕਿਉਂਕਿ ਪ੍ਰਮਾਤਮਾ ਤੁਹਾਡੇ ਅੰਦਰ ਬੈਠਾ ਹੈ, ਬਾਹਰੋਂ ਨਾ ਮਿਲਿਆ ਨਾ ਮਿਲੇਗਾ ਹੀ। ਸੋ ਇਸ ਵਾਸਤੇ ਆਪ ਨੇ ਪਿਆਰ ਨਾਲ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਛੱਡੋ, ਤੁਸੀਂ ਅੰਦਰ ਨਾਮ ਦੇ ਨਾਲ ਜੁੜੋ। ਸੋ ਸਾਨੂੰ ਵੀ ਚਾਹੀਦਾ ਹੈ ਜੋ ਕੁਝ ਗੁਰੂ ਸਾਹਿਬ ਨੇ, ਗੁਰੂ ਨਾਨਕ ਨੇ ਸਾਨੂੰ ਦੱਸਿਆ ਹੈ, ਆਪਦੇ ਜੀਵਨ ਨੂੰ ਸਫਲ ਬਣਾਈਏ ਨਾਮ ਦੀ ਕਮਾਈ ਕਰਕੇ। ਜਿਉ ਪਾਵੇ ਤਿਉ ਰਾਖੋ ਹਰ ਜਿਉ, ਜਨ ਨਾਨਕ ਸ਼ਬਦ ਸਲਾਹੀ ਜਿਉ।